मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गरबास ना परिया रे। गुरु गुरु गुर कर मन मोर, गुरु बिना मैं नाही होर। गुर की टेक रहो दिन रात, जागी कोई ना मिटै दात। तत विचार यह मथुरा, जग तारन का अवतार बनाया। जपियो जिन अर्जुन देव गुरु, फिर संकट जोन गर्भ न आयो। जोत रूप हरि आप गुरु नानक कहायो, ताते अंगद भयो तत स्यों तत मिलायो। अंगद कृपा धारे अमर सतगुर थिर किया। अमरदास अमृत छतर गुर रामह दिया। गुरु रामदास दर्शन परस, कह मथुरा अमृत बैण। मूरत पंच परमाण पुरख, गुर अर्जुन बिखहो नैन। मूरत पंच परमाण पुरख, गुर अर्जुन बिखहो नैन। सतनाम गुरमुख परचय श्री वाहिगुरु साहिब जी। गुरमुख परचय वेद विचारी, गुरमुख परचय तरिय तारी। गुरमुख परचय वेद विचारी, गुरमुख परचय तरिय तारी। गुरमुख परचय सो शब्द ज्ञानी, गुरमुख परचय अंतर वेद जानी। गुरमुख पाइय अलख अपार, नानक गुरमुख मुक्त द्वार। गुरमुख पाइय अलख अपार, नानक गुरमुख मुक्त द्वार। वाहिगुरु जी का खालसा, वाहिगुरु जी की फतेह। जाहर जुगो हाजर भजो सर्व कला भरपूर। पतत पावन भगत वत्सल अंतरजामी। दसां पातशाहियां की जोत धन श्री गुरु ग्रंथ साहिब जी महाराज। सतगुरां दी अपर अपार कृपा रहमत दा सदका जगत गुरु धन धन श्री गुरु नानक देव साहिब जी महाराज सतगुरां दे पावन पवित्र अस्थान सचखंड दरबार गुरुद्वारा श्री बेर साहिब जी विखे अमृत वेले दे सजे हुए सुंदर दीवान की हाजरी भर रही गुरु की साजी नवाजी हुई साध संगत जीओ। सतगुरां ने कृपा की है, सत संगत का अमोलक सुभागा समा बख्शिया है। गरीब नवाज
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਸੰਸਾਰ ਦੇ ਕਲਿਆਣ ਹਿੱਤ 10 ਜਾਮੇ ਧਾਰਨ ਕੀਤੇ। 239 ਸਾਲ ਦਾ ਸਮਾਂ ਪਾਵਨ ਸਰੀਰ ਵਿੱਚ ਵਿਚਰਦਿਆਂ ਹੋਇਆਂ ਸੰਸਾਰ ਨੂੰ ਸ਼ਬਦ ਦੇ ਨਾਲ ਜੋੜਿਆ, ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਤੇ ਬਾਣੀ ਦੇ ਨਾਲ ਜੋੜਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦਾ ਸ਼ਹਾਦਤ ਦਾ ਦਿਨ 3 ਤਰੀਕ ਨੂੰ ਆ ਰਿਹਾ ਹੈ। ਸਾਧ ਸੰਗਤ ਜੀ, 3 ਜੂਨ ਨੂੰ ਅੱਜ 1 ਤਰੀਕ ਹੈ। ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਕੁਝ ਵਿਚਾਰ ਕੱਲ ਵੀ ਆਪਾਂ ਸਾਂਝੀ ਕੀਤੀ ਸੀ। ਗਰੀਬ ਨਵਾਜ ਸਤਿਗੁਰੂ ਜੀ ਨੇ 43 ਸਾਲ 1 ਮਹੀਨਾ ਤੇ 15 ਦਿਨ ਪਾਵਨ ਸਰੀਰ ਕਾਰਬਲਾ ਦੇ ਵਿੱਚ ਵਿਚਰਦਿਆਂ ਹੋਇਆਂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਮਹਾਨ ਪਰਿਉਪਕਾਰ ਕੀਤੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ ਹੀ 10 ਜਾਮਿਆਂ ਵਿੱਚ ਵਰਤੀ। ਉਹੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪ੍ਰਕਾਸ਼ਮਾਨ ਹੈ। ਭੱਟ ਸਾਹਿਬਾਂ ਦਾ ਆਪਾਂ ਵਚਨ ਪੜ੍ਹਦੇ ਸੁਣਦੇ ਹਾਂ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਜੋਤੀ ਸਰੂਪ ਪਰਮੇਸ਼ਰ ਨੇ ਆਪ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਾਇਆ ਹੈ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੀ ਜੋਤ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ ਪ੍ਰਕਾਸ਼ਮਾਨ ਕੀਤਾ, ਸੁਭਾਏਮਾਨ ਕੀਤਾ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਸਤਿਗੁਰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਆਪਣੀ ਜੋਤ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਵਿੱਚ ਪ੍ਰਕਾਸ਼ਮਾਨ ਕੀਤਾ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰਿ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਸ਼ਤਰ ਗੁਰ ਰਾਮਹਿ ਦੀਓ। ਇਹ ਜੁਗੋ ਜੋਗ ਅਟਲ ਜੋ ਤਖਤ ਹੈ, ਚੌਰ ਹੈ ਛਤਰ ਹੈ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਪ੍ਰਾਪਤ ਹੋਇਆ ਤੀਜੇ ਪਾਤਸ਼ਾਹ ਦੇ ਪਾਸੋਂ। ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਅੰਦਰ ਆਪਣੀ ਜੋਤ ਪ੍ਰਕਾਸ਼ਮਾਨ ਕੀਤੀ। ਅਮਰਦਾਸ ਅੰਮ੍ਰਿਤ ਸ਼ਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਇਕਹੁ ਨੈ। ਉਹੀ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਨ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੰਚਮ ਪਾਤਸ਼ਾਹ ਗਰੀਬ ਨਵਾਜ ਨੇ 24 ਸਾਲ ਤੇ 9 ਮਹੀਨੇ ਸਾਧ ਸੰਗਤ ਜੀ ਗੁਰਿਆਈ ਕੀਤੀ ਹੈ ਪਾਵਨ ਸਰੀਰ ਵਿੱਚ ਵਿਚਰਦਿਆਂ। ਜੋ ਇਤਿਹਾਸਕ ਪੱਖ ਹੈ, ਮਹਾਰਾਜ ਸਾਹਿਬ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਪ੍ਰਕਾਸ਼ ਧਾਰ ਕੇ ਬਚਪਨ ਦੇ 11 ਸਾਲ ਨਾਨਾ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬਤੀਤ ਕੀਤੇ। 1620 ਬਿਕਰਮੀ ਸੰਮਤ ਨੂੰ ਆਪ ਜੀ ਦਾ ਪ੍ਰਕਾਸ਼ ਹੋਇਆ। 1631 ਸੰਮਤ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਚੌਥੇ ਪਾਤਸ਼ਾਹ ਜੀ ਨੂੰ ਗੁਰਿਆਈ ਦਿੱਤੀ ਤੇ ਆਪ ਸੱਚਖੰਡ ਬਿਆਨਾ ਕੀਤਾ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜੀ ਨੇ 7 ਸਾਲ ਗੁਰਿਆਈ ਕੀਤੀ। ਸਾਧ ਸੰਗਤ 1631 ਬਿਕਰਮੀ ਸੰਮਤ ਤੋਂ ਲੈ ਕੇ 1638 ਬਿਕਰਮੀ ਸੰਮਤ ਤੱਕ 7 ਸਾਲ ਦਾ ਸਮਾਂ ਬਣਦਾ। 7 ਸਾਲ ਚੌਥੇ ਪਾਤਸ਼ਾਹ ਜੀ ਨੇ ਪਾਵਨ ਸਰੀਰ ਵਿੱਚ ਵਿਚਰਦਿਆਂ ਗੁਰਿਆਈ ਕੀਤੀ।
1638 ਵਿਕਰਮੀ ਸੰਮਤ ਨੂੰ ਪੰਚਮ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਹੋਇਆ। 18 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ, 18 ਸਾਲ ਦੀ ਉਮਰ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰਿਆਈ ਦੇ ਮਾਲਕ ਬਣਦੇ ਹਨ। ਗੁਰੂ ਕੇ ਚੱਕ ਨਗਰ ਦੇ ਵਿੱਚ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਿਤਾ ਸਤਿਗੁਰੂ ਚੌਥੇ ਪਾਤਸ਼ਾਹ ਜੀ ਨੇ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਤੇ ਸਰੋਵਰ ਸਾਹਿਬਾਂ ਦੀ ਸੇਵਾ ਆਰੰਭ ਕੀਤੀ ਸੀ, ਸੰਤੋਖਸਰ ਸਾਹਿਬ ਦੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ। ਇਹ ਦੋਨੇ ਸਰੋਵਰ ਸਾਹਿਬਾਂ ਦੀ ਸੇਵਾ ਚੌਥੇ ਪਾਤਸ਼ਾਹ ਨੇ ਆਰੰਭ ਵੀ ਕੀਤੀ ਤੇ ਕਰਵਾਈ ਵੀ। ਫਿਰ ਇਹਨਾਂ ਸਰੋਵਰ ਸਾਹਿਬਾਂ ਨੂੰ ਪੱਕੀਆਂ ਮਹਾਰਾਜ ਸਾਹਿਬ ਜੀ ਨੇ ਪੰਚਮ ਪਾਤਸ਼ਾਹ ਜੀ ਨੇ ਕਰਵਾਇਆ ਤੇ ਚੌਥੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਗਿਆ ਦਿੱਤੀ ਸੀ ਪੰਜਵੇਂ ਪਾਤਸ਼ਾਹ ਜੀ ਨੂੰ ਕਿ ਤੁਸੀਂ ਇਹ ਅੰਮ੍ਰਿਤਸਰ ਸਰੋਵਰ ਦੇ ਵਿੱਚ ਦਰਬਾਰ ਸਾਹਿਬ ਦੀ ਰਚਨਾ ਵੀ ਕਰਨੀ ਹੈ, ਦਰਬਾਰ ਸਾਹਿਬ ਦੀ ਰਚਨਾ ਕਰਾਉਣੀ। ਆਪ ਜੀ ਨੇ 1645 ਵਿਕਰਮੀ ਸੰਮਤ ਨੂੰ ਜਿੱਥੇ ਸੰਤੋਖਸਰ ਸਾਹਿਬ ਨੂੰ ਪੱਕਿਆਂ ਕਰਵਾਇਆ, ਪਰਿਕਰਮਾ ਪੱਕੀ ਕਰਵਾਈ, ਪੌੜੀਆਂ ਪੱਕੀਆਂ ਕਰਵਾਈਆਂ, ਅੰਮ੍ਰਿਤ ਸਰੋਵਰ ਦੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਪੱਕੀ ਕਰਵਾਈ, ਪੌੜੀਆਂ ਪੱਕੀਆਂ ਕਰਵਾਈਆਂ। ਉੱਥੇ 1645 ਵਿਕਰਮੀ ਸੰਮਤ ਦੇ ਵਿੱਚ ਹੀ ਮਾਘ ਦੀ ਸੰਗਰਾਂਦ ਵਾਲੇ ਦਿਨ, ਮਾਘੀ ਦੇ ਦਿਹਾੜੇ, ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ। ਸਾਧ ਸੰਗਤ ਜੀ, ਮਾਘੀ ਵਾਲੇ ਦਿਨ ਸਾਈਂ ਮੀਆਂ ਮੀਰ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਵਡਿਆਈ ਬਖਸ਼ੀ। ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਨੇ ਫਿਰ ਇਹ ਦਰਬਾਰ ਸਾਹਿਬ ਦੀ ਰਚਨਾ ਕਰਵਾਉਣੀ। ਵੇਖੋ ਕਿੰਨੇ ਸਾਲ ਦਾ ਸਮਾਂ ਲੱਗਾ ਇਸ ਦਰਬਾਰ ਸਾਹਿਬ ਦੀ ਰਚਨਾ ਤੇ, ਕਿਉਂਕਿ 1645 ਵਿਕਰਮੀ ਸੰਮਤ ਵਿੱਚ ਨੀਂਹ ਰੱਖੀ ਗਈ ਹੈ ਤੇ ਪ੍ਰਕਾਸ਼ ਹੋਇਆ ਹੈ 1661 ਵਿਕਰਮੀ ਸੰਮਤ ਦੇ ਵਿੱਚ। ਪਹਿਲਾਂ ਦਰਬਾਰ ਸਾਹਿਬ ਦੀ ਰਚਨਾ ਮਹਾਰਾਜ ਸਾਹਿਬ ਜੀ ਨੇ ਕਰਵਾਈ ਹੈ ਤੇ ਗੁਰਬਾਣੀ ਬਾਅਦ ਵਿੱਚ ਲਿਖਵਾਈ ਹੈ। ਪਹਿਲਾਂ ਦਰਬਾਰ ਸਾਹਿਬ ਦੀ ਰਚਨਾ ਸਤਿਗੁਰੂ ਜੀ ਨੇ ਕਰਵਾਈ, ਗੁਰਬਾਣੀ ਉਚਾਰਨ ਆਪ ਜੀ ਪਹਿਲਾਂ ਹੀ ਕਰਿਆ ਕਰਦੇ, ਪਰ ਜੋ ਭਾਈ ਗੁਰਦਾਸ ਸਾਹਿਬ ਜੀ ਤੋਂ ਸੇਵਾ ਲਈ ਹੈ ਉਹ ਬਾਅਦ ਵਿੱਚ, ਤੇ 1661 ਵਿੱਚ ਫਿਰ ਪਹਿਲਾ ਪ੍ਰਕਾਸ਼ ਕਰਵਾਇਆ ਸੀ। ਜੋ ਦਰਬਾਰ ਸਾਹਿਬ ਦੀ ਰਚਨਾ, ਇਹ ਦਰਬਾਰ ਸਾਹਿਬ ਦਾ ਨਕਸ਼ਾ, ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਆਪਣਾ ਹੀ ਸਾਧ ਸੰਗਤ ਜੀ ਬਣਾਇਆ ਹੋਇਆ। ਇਹ ਸੱਚਖੰਡ ਦਾ ਨਕਸ਼ਾ, ਇਹ ਸੱਚਖੰਡ ਦਰਬਾਰ, ਇਹ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਬਣਾਇਆ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ। 4 ਦਰਵਾਜ਼ੇ ਗਰੀਬ ਨਵਾਜ ਸਾਹਿਬ ਨੇ ਰਖਵਾਏ ਔਰ ਕੋਲ ਇੱਕੋ ਹੀ ਰਖਾਇਆ। 4 ਦਰਵਾਜ਼ਿਆਂ ਦੇ ਸੰਬੰਧ ਵਿੱਚ ਐਸਾ ਮਹਾਂਪੁਰਖਾਂ ਨੇ ਵਿਆਖਿਆ ਕੀਤੀ ਹੈ ਕਿ ਸਤਿਗੁਰੂ ਜੀ ਨੇ 4 ਦਰਵਾਜ਼ੇ, ਇਹ ਸਾਂਝੀਵਾਲਤਾ ਦਾ ਸਿਧਾਂਤ ਜਿਹੜਾ ਹੈ ਇਸ ਨੂੰ ਦਰਸਾਉਂਦਿਆਂ ਹੋਇਆਂ 4 ਦਰਵਾਜ਼ੇ ਰਖਾਏ ਮਹਾਰਾਜ ਦੇ ਦਰਬਾਰ ਸਾਹਿਬ ਕਿ ਇੱਥੇ ਕੋਈ ਵੀ ਆ ਸਕਦਾ ਹੈ, ਚੜ੍ਹਦਿਓਂ ਲਹਿੰਦਿਓਂ ਦੱਖਣੋਂ ਪਹਾੜੋਂ ਆ ਕੇ ਮਹਾਰਾਜ ਦੇ ਦਰਬਾਰ ਵਿੱਚ ਨਮਸਕਾਰ ਕਰ ਸਕਦਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕਉ ਸਾਂਝਾ, ਇੱਥੇ ਸਭ ਨੂੰ ਸਾਂਝਾ ਉਪਦੇਸ਼ ਹੈ। ਦਰਵਾਜ਼ੇ 4 ਰਖਾਏ ਪਰ ਰਸਤਾ ਇੱਕੋ ਹੀ ਜਾਂਦਾ ਦਰਬਾਰ ਸਾਹਿਬ ਨੂੰ ਜਾਣ ਵਾਸਤੇ। ਭਾਵ ਇੱਥੇ ਸਾਰੇ ਕੋਈ ਵੀ ਸੰਸਾਰ ਦਾ ਜੀਵ ਆ ਕੇ ਨਮਸਕਾਰ ਕਰ ਸਕਦਾ ਹੈ, ਪਰ ਉਹਨੂੰ ਇੱਥੇ ਨੀਵਾਂ ਹੋ ਕਰਕੇ ਝੁਕ ਕੇ ਜਾਣਾ ਪਵੇਗਾ। ਦਰਬਾਰ ਸਾਹਿਬ ਦਾ ਜੋ ਪਾਵਨ ਸਰੋਵਰ ਸਾਹਿਬ ਹੈ, ਇਹ 17 ਫੁੱਟ ਡੂੰਘਾ ਰਖਵਾਇਆ ਪੰਚਮ ਪਾਤਸ਼ਾਹ ਜੀ, 17 ਫੁੱਟ ਡੂੰਘਾ ਔਰ 500 ਫੁੱਟ ਲੰਬਾਈ ਹੈ ਇਸ ਪਾਵਨ ਅੰਮ੍ਰਿਤਸਰ ਸਰੋਵਰ ਸਾਹਿਬ ਦੀ। 490 ਫੁੱਟ ਚੌੜਾ ਹੈ ਪਵਿੱਤਰ ਸਰੋਵਰ ਸਾਹਿਬ ਔਰ ਐਨ ਸਰੋਵਰ ਸਾਹਿਬ ਦੇ ਮੱਧ ਭਾਗ ਦੇ ਵਿੱਚ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ।
दरबार साहिब की रचना। जो पुल है दर्शनी डिउढ़ी तो लै करके दरबार साहिब तक जाता, ये 21 फुट चौड़ा है पुल साध संगत जी, ते 240 फुट लंबा है। दर्शन डिउढ़ी तो दरबार साहिब के दरवाजे तक 240 फुट लंबा, 21 फुट चौड़ा। उस पुल के हेठा जो अमृत सरोवर के जल नूं इधर उधर निकास वास्ते, इधर उधर अमृत जल आउण जाण वास्ते हेठा 38 स्वर्ग द्वारियां हैं। पुल के हेठा 38 रस्ते हैं, थले स्वर्ग द्वारियां हैं जो हेठा पुल के जल इधर उधर प्रवेश करता है। ऐसा जो गुरमुखां ने लिखिया होया है महाराज साहिब जी के पवित्र सरोवर साहिब के ते दरबार साहिब के संबंध दे विच। फिर दरबार साहिब के बारे अमृत बाणी दे विच महाराज साहिब जी के वचन हैं साध संगत जी। डिठे सभे थाव नहीं तुध जेहिया, बदहो पुरख विधातै तां तू सोहिया। वसदी सगने अपार अनूप रामदास पुर, हर हां नानक कसमल जाहे नायै रामदास सार। ये धन श्री गुरु अर्जुन देव साहिब महाराज जी दे साडे उत्ते, सारी सृष्टि उत्ते, सारे संसार उत्ते कीते हुए परोपकार हैं। महाराज साहिब जी ने किन्ने परोपकार किए। दरबार साहिब वर्गा स्थान सारी रचना दे विच ही नहीं है साध संगत जी। महाराज ने बाणी च कह दिता जो ये बचन भी डिठे सभे थाव नहीं तुध जेहिया। फिर सांझीवालता का उपदेश है। फिर जिथों आवाज ही आउंदी है जिस दरबार दे विचों, अवल अल्लाह नूर पाया कुदरत के सब बंदे, एक नूर ते सब जग उपजिया कौन भले को मंदे। तो महाराज साहिब सच्चे पातशाह जी का घर श्री हरमंदर साहिब। हरमंदर साहिब का अर्थ है वाहिगुरु का घर, हरि का मंदिर। अंग्रेजी पर गोल्डन टेंपल ही कहते हैं। कला सोना ही नहीं है साध संगत जी, सोना तो हुण बाद विच लगा। ये परमेश्वर का घर है, वाहिगुरु का मंदिर है। मंदिर का अर्थ मकान हुंदा है, मंदिर का अर्थ घर हुंदा है। ते श्री हरमंदर साहिब हरि का मंदिर, ते हर परमेश्वर नूं आखिया साध संगत जी। गुरबाणी विच हर शब्द अनेकां वारी आया है। हर वाहिगुरु का वाचक है, ते मंदिर का अर्थ घर है। हरि का मंदिर, हरि कौन है? हरेक थां ते वसन वाला, हर एक नूं हरियां भरियां करन वाला। ऐसा जो हरि है, अकाल पुरख है, वाहिगुरु है, उसका घर है। मंदिर तो दुनिया च पहला भी बड़े सन, पर कोई देवते का मंदिर है, कोई देवी का मंदिर है। महाराज ने जो मंदिर बनाया वो हरि का मंदिर है, वाहिगुरु का घर है, श्री हरमंदर साहिब। ते उत्थों वाहिगुरु दे बाणी तो बिना दूजी गल ही कोई नहीं। हर वेले गुरु की बाणी का कीर्तन, धुर की बाणी का कीर्तन, वाहिगुरु जी की सिफत सलाह। तो ऐसा महाराज साहिब जी ने ये दरबार साहिब साध संगत जी रचना की थी। और सतगुरु सच्चे पातशाह महाराज ने वेखो फिर कैसी रचना है। बाकी जिन्ने स्थान वा दुनिया दे विच ते पौड़ियां चढ़ के जाना पैंदा, तां इको एक सचखंड श्री हरमंदर साहिब आ, जदों उत्थे जाइए तो पौड़ियां उतर के जाना पैंदा। किसी पासियों भी आपां चले जाइए दरबार साहिब, चार दिशावां वां, चार कोने हैं। किसी पासियों आ जाइए श्री अकाल तख्त साहिब के पासों, उधरले पासियों आइए तां भी पौड़ियां उतर के थले आना पवेगा।
ਜੇ ਦੂਜੇ ਦਰਵਾਜ਼ੇ ਥਾਣੀ ਆ ਜਾਈਏ ਸਰੋਵਰ ਸਾਹਿਬ ਦੀਆਂ ਪ੍ਰਕਰਮਾਂ 'ਚ ਆਪਾਂ ਦਾਖਲ ਹੋਣਾ ਜਿਸ ਵੇਲੇ, 4 ਚੁਫੇਰੇ ਪੌੜੀਆਂ ਉਤਰ ਕੇ ਥੱਲੇ ਨੂੰ ਨੀਵਾਂ ਹੋ ਕੇ ਜਾਣਾ ਪੈਂਦਾ। ਭਾਵੇਂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਲੰਗਰ ਹਾਲ ਵਾਲੇ ਪਾਸਿਓਂ ਆ ਜਾਈਏ ਦਰਬਾਰ ਸਾਹਿਬ, ਫਿਰ ਵੀ ਪੌੜੀਆਂ ਉਤਰ ਕੇ, ਕਿੰਨੀਆਂ ਪੌੜੀਆਂ ਥੱਲੇ ਉਤਰ ਕੇ ਸਰੋਵਰ ਸਾਹਿਬ ਦੀਆਂ ਪ੍ਰਕਰਮਾਂ 'ਚ ਦਾਖਲ ਹੁੰਦੇ ਆ। ਭਾਵੇਂ ਸਾਧ ਸੰਗਤ ਜੀ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਾਲੇ ਪਾਸਿਓਂ ਜਾਈਏ, ਫਿਰ ਵੀ ਪੌੜੀਆਂ ਉਤਰ ਕੇ ਜਾਣਾ ਪਵੇ। ਘੰਟਾ ਘਰ ਮਾਰਕੀਟ ਵਾਲੇ ਪਾਸਿਓਂ ਆਈਏ, ਕਿ ਜਿੱਧਰੋਂ ਮਰਜ਼ੀ ਆ ਜਾਈਏ, ਜਦੋਂ ਸਰੋਵਰ ਸਾਹਿਬ ਦੇ ਵਿੱਚ ਦਾਖਲ ਹੋਣਾ ਤੇ ਥੱਲੇ ਨੂੰ ਪੌੜੀਆਂ ਉਤਰ ਕੇ ਜਾਣਾ ਪੈਂਦਾ। ਇੱਕੋ ਇੱਕ ਦਰਬਾਰ ਸਾਹਿਬ ਦੀ ਰਚਨਾ ਐਸੀ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਰਵਾਈ ਹੈ। ਇਹਦੇ ਵਿੱਚ ਵੀ ਸਾਧ ਸੰਗਤ ਜੀ ਗਿਆਨ ਹੈ, ਇਹਦੇ ਵਿੱਚ ਵੀ ਉਪਦੇਸ਼ ਹੈ। ਮਹਾਰਾਜ ਸਾਹਿਬ ਜੀ ਵੀ ਇਹ ਵਾਹਿਗੁਰੂ ਦਾ ਘਰ ਹੈ, ਅਕਾਲ ਪੁਰਖ ਦਾ ਘਰ ਹੈ। ਇੱਥੇ ਆਉਣ ਲੱਗਾ, ਇੱਥੇ ਪੌੜੀਆਂ ਉਤਰ ਕੇ ਆਉਣਾ ਪੈਂਦਾ। ਜਿੱਥੇ ਬਾਹਰੀ ਤੌਰ ਤੇ ਥੱਲੇ ਨੂੰ ਉਤਰ ਕੇ ਆਉਣਾ ਨਾ, ਉੱਥੇ ਹੰਕਾਰ ਦੀਆਂ ਪੌੜੀਆਂ ਵੀ ਉਤਰ ਕੇ ਆ। ਇਸ ਘਰ ਦੇ ਵਿੱਚ ਬਾਹਰੋਂ ਵੀ ਪੌੜੀਆਂ ਉਤਰ ਕੇ ਆਉਣਾ ਪੈਂਦਾ ਤੇ ਅੰਦਰੋਂ ਵੀ ਨੀਵਾਂ ਹੋ ਕੇ ਆ। ਇੱਕ ਇੱਕ ਪੌੜੀ ਥੱਲੇ ਹੋਈ ਚੱਲ, ਹੰਕਾਰ ਦੀ ਪੌੜੀ ਤੋਂ ਥੱਲੇ ਉਤਰੀ ਚੱਲ। ਨਹੀਂ ਤੇ ਕੀ ਮਹਾਰਾਜ ਸਾਹਿਬ ਜੀ ਭਰਤੀ ਪਵਾ ਕੇ ਉੱਚਾ ਨਹੀਂ ਸੀ ਕਰ ਸਕਦੇ ਸਾਧ ਸੰਗਤ ਜੀ? ਭਾਵੇਂ ਸਾਰੇ ਸ਼ਹਿਰ ਦੇ ਨਾਲੋਂ ਉੱਚਾ, ਭਾਵੇਂ 1000 ਫੁੱਟ ਉੱਚਾ ਕਰ ਦਿੰਦੇ, ਪਰ ਇਹ ਸਤਿਗੁਰੂ ਜੀ ਨੇ ਆਪ ਇਸੇ ਤਰੀਕੇ ਦੇ ਨਾਲ ਇਹ ਰਚਨਾ ਕਰਵਾਈ ਕਿ ਇੱਥੇ ਆਉਣ ਵਾਲਾ ਪੌੜੀਆਂ ਉਤਰ ਕੇ ਆਵੇ। ਇਹਦੇ ਵਿੱਚੋਂ ਇਹ ਉਪਦੇਸ਼ ਦਿੱਤਾ ਵੀ ਇੱਥੇ ਆਉਣ ਲੱਗਿਆ ਨੀਵੇਂ ਪਾਸੇ ਨੂੰ ਆਏਦਾ ਹੈ। ਇਸੇ ਤਰ੍ਹਾਂ ਆਪਣੇ ਅੰਦਰ ਵੀ ਹੰਕਾਰ ਦੀਆਂ ਪੌੜੀਆਂ, ਨੀਵਾਂ ਹੋ ਕਰਕੇ ਤੂੰ ਦਰਬਾਰ ਸਾਹਿਬ ਦੇ ਵਿੱਚ ਆ। ਜਿਹੜਾ ਇੱਥੇ ਨੀਵਾਂ ਹੋ ਕੇ ਆ ਕੇ ਨਮਸਕਾਰ ਕਰਦਾ ਹੈ, ਉਹਨੂੰ ਮਾਣ ਮਿਲਦਾ, ਉਹਨੂੰ ਸਤਿਕਾਰ ਮਿਲਦਾ ਹੈ, ਉਹਨੂੰ ਇੱਥੇ ਥਾਂ ਮਿਲਦੀ ਹੈ। ਕਿਉਂਕਿ ਗੁਰੂ ਘਰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ। ਤੇ ਜਿਹੜਾ ਇੱਥੇ ਹੰਕਾਰ ਦੀਆਂ ਪੌੜੀਆਂ ਚੜ੍ਹ ਕੇ ਆਉਂਦਾ ਹੈ, ਜਿਹੜਾ ਇਸ ਘਰ ਦੇ ਨਾਲ ਮੱਥਾ ਲਾਉਂਦਾ ਹੈ, ਉਹਦਾ ਮੱਥਾ ਟੁੱਟ ਜਾਂਦਾ ਹੈ। ਇਹ ਤਾਂ ਮੱਥਾ ਟੇਕਣ ਵਾਲੀ ਥਾਂ ਹੈ, ਇੱਥੇ ਤੇ ਮੱਥਾ ਨੀਵਾਂ ਕਰਨਾ ਪੈਂਦਾ। ਆਪਾਂ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਜੀ ਦੇ ਇਤਿਹਾਸ ਦੀ, ਗੁਰੂ ਸਾਹਿਬ ਦੇ ਪਰਿਉਪਕਾਰਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਜਿੱਥੇ 3 ਤਰੀਕ ਨੂੰ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਉੱਥੇ ਸਾਧ ਸੰਗਤ ਜੀ ਅੱਜ 1 ਜੂਨ ਹੈ ਤੇ 1 ਜੂਨ ਤੋਂ ਲੈ ਕਰਕੇ ਇਹ ਦਿਨ 84 ਜੂਨ ਦੇ ਵੀ ਹਨ, ਜਿਸ ਮੌਕੇ ਦੇ ਉੱਤੇ ਜ਼ਾਲਮ ਸਰਕਾਰ ਨੇ ਇਸ ਘਰ ਦੇ ਨਾਲ ਮੱਥਾ ਵੀ ਲਾਇਆ। ਇੱਥੇ ਟੈਂਕ ਵੀ ਚੜਾਏ, ਤੋਪਾਂ ਦੇ ਗੋਲੇ ਵੀ ਸੁੱਟੇ, ਇੱਥੇ ਹਵਾਈ ਜਹਾਜ਼ਾਂ ਦੇ ਨਾਲ ਫੈਲ ਵੀ ਕੀਤੇ। ਤੋ ਉਹਨਾਂ ਸੂਰਬੀਰ ਸ਼ਹੀਦਾਂ ਦੇ ਦਿਨ ਵੀ ਆ ਰਹੇ ਹਨ, ਜਿਨ੍ਹਾਂ ਨੇ ਇਸ ਘਰ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ, ਮਹਾਨ ਪਰਿਉਪਕਾਰ ਕੀਤੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਦਰਬਾਰ ਸਾਹਿਬ ਦੀ ਰਚਨਾ ਕਰਵਾ ਕੇ ਆਪ ਜੀ ਨੇ ਇਸੇ ਤਰ੍ਹਾਂ 1647 ਬਿਕਰਮੀ ਸੰਮਤ ਦੇ ਵਿੱਚ ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਦੇ ਨਾਲੋਂ ਵੱਡੇ ਸਰੋਵਰ ਸਾਹਿਬ ਦੀ ਆਪ ਜੀ ਨੇ ਰਚਨਾ ਕਰਵਾਈ। ਸ੍ਰੀ ਤਰਨ ਤਾਰਨ ਸਾਹਿਬ ਵਾਲਾ ਸਰੋਵਰ, ਜਿੰਨੇ ਵੀ ਗੁਰੂ ਘਰ ਦੇ ਸਰੋਵਰ ਹਨ ਸਾਰੇ ਹੀ ਸਤਿਕਾਰਯੋਗ ਆ, ਸਾਰੇ ਹੀ ਮਹਾਨ ਆ। ਗੁਰੂ ਸਾਹਿਬਾਂ ਨੇ ਬਹੁਤੇ ਆਪ ਰਚੇ, ਜਿਵੇਂ ਬੌਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਰਚਨਾ ਕਰਵਾਈ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸਾਹਿਬ ਦੇ ਵਿੱਚ 5 ਸਰੋਵਰ ਸਾਹਿਬ ਆ, ਤੇ ਉਹਨਾਂ 3 ਸਰੋਵਰ ਸਾਹਿਬਾਂ ਦੀ ਰਚਨਾ ਫਿਰ ਬਾਅਦ ਵਿੱਚ ਮਹਾਰਾਜ ਸਾਹਿਬ ਨੇ ਕਰਵਾਈ ਹੈ। ਸ੍ਰੀ ਤਰਨਤਾਰਨ ਸਾਹਿਬ ਵਾਲੇ ਸਰੋਵਰ ਸਾਹਿਬ ਦੀ ਸੇਵਾ 1647 ਦੇ ਵਿੱਚ, ਇਸੇ ਤਰ੍ਹਾਂ ਤੇ 1659 ਬਿਕਰਮੀ ਸੰਮਤ ਦੇ ਅੰਤਲੇ ਦਿਨਾਂ ਦੇ ਵਿੱਚ ਸ੍ਰੀ ਰਾਮਸਰ ਸਾਹਿਬ ਸਰੋਵਰ ਦੀ ਰਚਨਾ ਕਰਵਾਈ ਹੈ ਪੰਜਵੇਂ ਪਾਤਸ਼ਾਹ, ਜਿਹਦੇ ਕੰਢੇ ਤੇ ਬੈਠ ਕੇ ਤੰਬੂ ਲਾ ਕੇ ਭਾਈ ਗੁਰਦਾਸ ਸਾਹਿਬ ਜੀ ਤੋਂ ਬਾਣੀ ਲਿਖਵਾਈ ਸੀ ਮਹਾਰਾਜ।
ਫਿਰ 2 ਸਰੋਵਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਆ ਜਿਨ੍ਹਾਂ ਦੀ ਰਚਨਾ 6ਵੇਂ ਪਾਤਸ਼ਾਹ ਨੇ ਕਰਵਾਈ। ਇੱਕ ਸ੍ਰੀ ਵਿਵੇਕਸਰ ਸਾਹਿਬ ਤੇ ਇੱਕ ਸ੍ਰੀ ਕੌਲਸਰ ਸਾਹਿਬ। ਇਹ 5 ਸਰੋਵਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ। ਤੇ ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਨਾਲੋਂ ਜੋ ਆਕਾਰ ਦੇ ਵਿੱਚ ਵੱਡਾ ਸਰੋਵਰ ਸਾਹਿਬ ਹੈ ਉਹ ਸ੍ਰੀ ਤਰਨਤਾਰਨ ਸਾਹਿਬ ਵਾਲਾ ਆਪਾਂ ਸਾਰੇ ਹੀ ਜਾਣਦੇ। ਮਹਾਰਾਜ ਸਾਹਿਬ ਨੇ ਦਰਬਾਰ ਸਾਹਿਬ ਦੀ ਸਰੋਵਰ ਸਾਹਿਬ ਦੀ ਰਚਨਾ ਕਰਵਾਈ, ਸ਼ਹਿਰ ਵਸਾਇਆ। ਤੇ ਉਸ ਸਰੋਵਰ ਸਾਹਿਬ ਦੇ ਵਿੱਚ ਵੀ ਮਹਾਰਾਜ ਦੇ ਬਚਨਾਂ ਦੇ ਨਾਲ ਕੋੜੀ ਇਸ਼ਨਾਨ ਕਰ ਕਰਕੇ ਰਾਜੀ ਹੋਏ ਸਾਧ ਸੰਗਤ। ਕੋੜੀਆਂ ਨੇ ਵੀ ਇਸ਼ਨਾਨ ਜਦੋਂ ਕੀਤਾ ਤੇ ਰਾਜੀ ਹੋਏ। ਮਹਾਰਾਜ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਆਗਿਆ ਦੇ ਕਰਕੇ 14 ਦਾ ਤੇ ਮੱਸਿਆ ਦਾ ਦੀਵਾਨ ਉੱਥੇ ਲਾਉਣਾ ਸ੍ਰੀ ਤਰਨਤਾਰਨ ਸਾਹਿਬ। ਹੁਣ ਵੀ 14 ਵੀ ਭਰਦੀ ਹੈ ਪੂਰੀ ਤੇ ਮੱਸਿਆ ਵੀ ਪੂਰੀ ਭਰਦੀ ਹੈ ਸ੍ਰੀ ਤਰਨਤਾਰਨ ਸਾਹਿਬ। ਜਦੋਂ ਸਰੋਵਰ ਸਾਹਿਬ ਦੀ ਆਪ ਜੀ ਨੇ ਸੇਵਾ ਕਰਵਾਈ ਸੀ, ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਆ ਕੇ ਸ੍ਰੀ ਤਰਨਤਾਰਨ ਸਾਹਿਬ ਸਰੋਵਰ ਸਾਹਿਬ ਦੀ ਸੇਵਾ ਕਰਨੀ ਤੇ ਫਿਰ ਵੱਖ-ਵੱਖ ਪਿੰਡਾਂ ਨੇ ਉੱਥੇ ਬੁੰਗੇ ਬਣਾਏ। ਸਾਧ ਸੰਗਤ ਜੀ, ਆਪਾਂ ਅਰਦਾਸ ਦੇ ਵਿੱਚ ਬੁੰਗਿਆਂ ਨੂੰ ਯਾਦ ਕਰਦੇ ਹਾਂ ਨਾ, ਜਦੋਂ ਅਰਦਾਸ ਕਰਦੇ ਹਾਂ ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਤੇ ਬਹੁਤੀਆਂ ਸੰਗਤਾਂ ਨੂੰ ਘੱਟ ਪਤਾ ਹੈ ਕਿ ਬੁੰਗੇ ਕੀ ਹੁੰਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬ ਵੀ ਬੁੰਗੇ ਬਹੁਤ ਹਨ, ਸ੍ਰੀ ਤਰਨਤਾਰਨ ਸਾਹਿਬ ਵੀ ਬਹੁਤ ਬੁੰਗੇ ਹਨ। ਭਾਵੇਂ ਕਈ ਸਮਾਪਤ ਵੀ ਹੋ ਗਏ ਪਰ ਹੁਣ ਵੀ ਹਾਲੇ ਵੀ ਬਹੁਤ ਬੁੰਗੇ ਹਨ ਪ੍ਰਾਪਤ। ਤਰਨਤਾਰਨ ਸਾਹਿਬ ਸਰੋਵਰ ਸਾਹਿਬ ਦੇ ਆਲੇ ਦੁਆਲੇ ਸਾਰੇ ਬੁੰਗੇ ਹਨ। ਔਰ ਪਹਿਲਾਂ ਉਹਨਾਂ ਬੁੰਗਿਆਂ ਦੇ ਦਰਵਾਜ਼ੇ ਸਰੋਵਰ ਸਾਹਿਬ ਵੱਲ ਨੂੰ ਦੱਸਦੇ ਆ ਬਜ਼ੁਰਗ ਵੀ ਸਰੋਵਰ ਸਾਹਿਬ ਵੱਲ ਨੂੰ ਹੁੰਦੇ ਸੀ। ਬਾਅਦ ਵਿੱਚ ਇੱਧਰ ਸਰੋਵਰ ਸਾਹਿਬ ਵਾਲੇ ਪਾਸੇ ਤੋਂ ਦਰਵਾਜ਼ੇ ਸਾਰੇ ਬੁੰਗਿਆਂ ਦੇ ਬੰਦ ਹੋਏ। ਕੁਝ ਕੁ ਬੁੰਗਿਆਂ ਦੇ ਦਰਵਾਜ਼ੇ ਹੁਣ ਵੀ ਹੈ ਸਰੋਵਰ ਸਾਹਿਬ ਵੱਲ। ਬਾਕੀ ਦੂਸਰੇ ਪਾਸੇ ਨੂੰ ਬਾਰ-ਬਾਰ ਨੂੰ ਹਨ। ਜਦੋਂ ਆਪਾਂ ਸ੍ਰੀ ਤਰਨਤਾਰਨ ਸਾਹਿਬ ਜਾਂਦੇ ਆ ਤੇ ਸਰੋਵਰ ਦੇ ਕੰਢੇ-ਕੰਢੇ ਤੇ ਜਿਹੜੇ ਬੁੰਗੇ ਆ, ਕਈਆਂ ਬੁੰਗਿਆਂ ਦੇ ਵਿੱਚ ਨਿਸ਼ਾਨ ਸਾਹਿਬ ਵੀ ਝੂਲ ਰਹੇ। ਉਹਨਾਂ ਨਿਸ਼ਾਨ ਸਾਹਿਬਾਂ ਦੇ ਵੀ ਦਰਸ਼ਨ ਹੁੰਦੇ ਤੇ ਉਹ ਵੱਖ-ਵੱਖ ਪਿੰਡਾਂ ਦੇ ਬੁੰਗੇ ਆ ਤੇ ਹਰੇਕ ਮੱਸਿਆ ਤੇ ਉਹਨਾਂ ਪਿੰਡਾਂ ਦੀ ਸੰਗਤ ਆ ਕੇ ਉਹਨਾਂ ਬੁੰਗਿਆਂ ਦੇ ਵਿੱਚ ਲੰਗਰ ਲਾਉਂਦੀ ਹੈ। ਕਈ ਗੁਰਸਿੱਖ ਭਾਵਨਾ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਕਰਾਉਂਦੇ। ਤਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਗੁਰਸਿੱਖ ਬੈਲ ਗੱਡੀਆਂ ਤੇ ਆਉਂਦੇ ਹੁੰਦੇ ਸੀ, ਉਦੋਂ ਉਹਨਾਂ ਬੁੰਗਿਆਂ ਦੇ ਵਿੱਚ ਆਪਣੀਆਂ ਗੱਡੇ ਲੈ ਕੇ ਉੱਥੇ ਡੱਕਦੇ ਸਨ। ਬਲਦ ਉੱਥੇ ਬੰਨਿਆ ਕਰਦੇ ਸਨ ਬੁੰਗਿਆਂ ਦੇ ਵਿੱਚ, ਕਿਉਂਕਿ ਅੱਜ ਵਰਗਾ ਨਹੀਂ ਸੀ ਮਾਹੌਲ। ਉਦੋਂ ਬੈਲ ਗੱਡੀਆਂ ਤੇ ਗੁਰਸਿੱਖ ਆਉਂਦੇ ਸੀ, ਘੋੜਿਆਂ ਤੇ ਆਉਂਦੇ ਹੁੰਦੇ ਸੀ। ਉਹਨਾਂ ਬੁੰਗਿਆਂ ਵਿੱਚ ਆਪਣੇ ਘੋੜੇ ਬੰਨਣੇ, ਫਿਰ ਉੱਥੇ ਹੀ ਲੰਗਰ ਸਜਾਉਣਾ। ਤੇ ਉਹ ਵੱਖ-ਵੱਖ ਪਿੰਡਾਂ ਦੇ ਨਾਂ ਤੇ ਹੁਣ ਵੀ ਬੁੰਗੇ ਹਨ। ਉਹਨਾਂ ਬੁੰਗਿਆਂ ਦੇ ਵਿੱਚ ਗੁਰਬਾਣੀ ਦੀ ਸੰਥਿਆ ਕਰਾਉਣੀ। ਮਿਸਲਾਂ ਦੇ ਸਮੇਂ ਤੇ ਉਹਨਾਂ ਬੁੰਗਿਆਂ ਦੇ ਵਿੱਚ ਜਿੱਥੇ ਗੁਰੂ ਕੇ ਲੰਗਰ ਚੱਲਣੇ, ਗੁਰਬਾਣੀ ਦੀ ਸੰਥਿਆ ਹੋਣੀ, ਉੱਥੇ ਸ਼ਸਤਰ ਵੀ ਸਿਖਾਏ ਜਾਣ, ਗੱਤਕਾ ਵੀ ਸਿਖਾਇਆ ਜਾਣਾ ਉਹਨਾਂ ਬੁੰਗਿਆਂ ਦੇ ਵਿੱਚ। ਉਹਨਾਂ ਬੁੰਗਿਆਂ ਦਾ ਵੀ ਬਹੁਤ ਵੱਡਾ ਇਤਿਹਾਸ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਸ੍ਰੀ ਤਰਨਤਾਰਨ ਸਾਹਿਬ ਸਰੋਵਰ ਦੀ ਰਚਨਾ ਸਾਧ ਸੰਗਤ ਜੀ ਪੰਚਮ ਪਾਤਸ਼ਾਹ ਮਹਾਰਾਜ ਨੇ ਕਰਵਾਈ। ਇਸੇ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਇਧਰ ਦੁਆਬੇ ਦੇ ਇਲਾਕੇ ਦੇ ਵਿੱਚ ਆਏ ਤੇ ਇਧਰਲੇ ਇਲਾਕੇ ਵਿੱਚ ਮਹਾਰਾਜ ਸਾਹਿਬ ਜੀ ਨੇ 1651 ਬਿਕਰਮੀ ਸੰਮਤ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੀ ਮਹਾਰਾਜ ਨੇ ਮੋਹੜੀ ਕੱਢ ਕੇ ਇਹ ਨਗਰ ਆਬਾਦ ਕੀਤਾ, ਨਗਰ ਵਸਾਇਆ। ਜੋ ਸ੍ਰੀ ਕਰਤਾਰਪੁਰ ਸਾਹਿਬ ਇੱਥੇ ਦੁਆਬੇ ਦੇ ਇਲਾਕੇ ਵਿੱਚ ਹੈ। ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੋਰ ਆਪ ਜੀ ਨੇ ਬੇਨਤੀ ਭਰੇ ਉਪਕਾਰ ਕਰਦਿਆਂ ਹੋਇਆਂ ਆਪਣੀ ਰਸਨਾ ਤੋਂ ਬੇਅੰਤ ਬਾਣੀ ਉਚਾਰਨ ਕੀਤੀ। 30 ਰਾਗਾਂ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਔਰ ਆਪ ਜੀ ਨੇ ਸੰਸਾਰ ਨੂੰ ਤਾਰਨ ਵਾਸਤੇ ਹੀ ਅਵਤਾਰ ਧਾਰਿਆ। ਭੱਟ ਸਾਹਿਬਾਨਾਂ ਦਾ ਬਚਨ ਹੈ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਆ। ਜਗ ਨੂੰ ਤਾਰਨ ਵਾਸਤੇ, ਸੰਸਾਰ ਨੂੰ ਤਾਰਨ ਵਾਸਤੇ। ਇਤਿਹਾਸਕਾਰ ਇਹ ਗੱਲ ਵੀ ਕਹਿੰਦੇ ਆ
ਵੀ ਉਹਨਾਂ ਦਿਨਾਂ ਦੇ ਵਿੱਚ ਇੱਥੇ ਮਾਝੇ ਦੇ ਇਲਾਕੇ ਦੇ ਵਿੱਚ ਲੋਕ ਸਖੀ ਸਰਵਰੀਆਂ ਦੇ ਬਹੁਤੇ ਪੁਜਾਰੀ ਸਨ। ਸਖੀ ਸਰਵਰੀਆਂ ਦੇ ਬਹੁਤੇ ਕਬਰਾਂ ਨੂੰ ਮੰਨਣ ਵਾਲੇ ਸਨ ਤੇ ਸਖੀ ਸਰਵਰੀਆਂ ਦਾ ਬੜਾ ਬੋਲਬਾਲਾ ਸੀ। ਤੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਤਰਨਤਾਰਨ ਸਾਹਿਬ ਇਹ ਤੀਰਥ ਰਚਿਆ, ਇਹ ਸਰੋਵਰ ਸਾਹਿਬ ਦੀ ਰਚਨਾ ਕੀਤੀ ਤੇ ਸਭ ਸੰਗਤਾਂ ਨੂੰ, ਗੁਰਸਿੱਖਾਂ ਨੂੰ ਪ੍ਰੇਰਿਆ ਕਿ ਭਾਈ ਇੱਥੇ ਆ ਕੇ ਇਸ਼ਨਾਨ ਕਰਿਆ ਕਰੋ, ਇੱਥੇ ਆ ਕੇ ਸੰਗਤ ਕਰਿਆ ਕਰੋ ਤੇ ਦੀਵਾਨ ਵਿੱਚ ਹਾਜ਼ਰੀ ਭਰਿਆ ਕਰੋ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਉਹ ਜਿਹੜੀ ਹੋਰ ਕਈ ਪ੍ਰਕਾਰ ਦੀ ਪੂਜਾ ਲੋਕ ਕਰਦੇ ਸਨ, ਕਬਰਾਂ ਮੜੀਆਂ ਮੱਟਾਂ ਨਾਲ ਜੁੜੇ ਹੋਏ ਸਨ, ਉਧਰੋਂ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਪ੍ਰੇਰ ਕਰਕੇ ਤੇ ਇੱਥੇ ਸ੍ਰੀ ਤਰਨਤਾਰਨ ਸਾਹਿਬ ਸਰੋਵਰ ਸਾਹਿਬ ਦੇ ਇਸ਼ਨਾਨ ਕਰਨ ਵਾਸਤੇ ਆਗਿਆ ਕੀਤੀ। ਤਾਂ ਸੰਗਤਾਂ ਮਹਾਰਾਜ ਦਾ ਬਚਨ ਮੰਨ ਕੇ ਫਿਰ ਸ੍ਰੀ ਤਰਨਤਾਰਨ ਸਾਹਿਬ ਸਰੋਵਰ ਸਾਹਿਬ ਦੇ ਵਿੱਚ ਆ ਕੇ ਇਸ਼ਨਾਨ ਕਰਦੀਆਂ। ਉੱਥੇ ਗੁਰਬਾਣੀ ਦਾ ਪਾਠ ਹੁੰਦਾ ਹੈ, ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਗੁਰੂ ਕੀ ਬਾਣੀ ਦੀ ਕਥਾ ਹੁੰਦੀ ਹੈ। ਮਹਾਰਾਜ ਸਾਹਿਬ ਆਪ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਤੇ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰਬਾਣੀ ਦਾ ਉਪਦੇਸ਼ ਲੈ ਕੇ ਨਿਹਾਲ ਹੁੰਦੀਆਂ। ਇਹ ਪਰਉਪਕਾਰ ਕੀਤੇ ਸਾਡੇ ਉੱਤੇ, ਸੰਸਾਰ ਉੱਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ। ਤਾਂ ਭੱਟ ਸਾਹਿਬਾਂ ਦਾ ਇਹ ਬਚਨ ਆਪਾਂ ਸਾਰੇ ਹੀ ਪੜ੍ਹੀਏ, ਰਸਨਾ ਪਵਿੱਤਰ ਕਰੀਏ। ਤਤ ਵਿਚਾਰ ਯਹ ਮਥੁਰਾ, ਤਤ ਵਿਚਾਰ ਯਹ ਮਥੁਰਾ, ਤਤ ਵਿਚਾਰ ਯਹ ਮਥੁਰਾ, ਤਤ ਵਿਚਾਰ ਯਹ ਮਥੁਰਾ। ਜਗ ਤਾਰਨ ਕਉ ਅਵਤਾਰ ਬਨਾਇਓ, ਜਗ ਤਾਰਨ ਕਉ ਅਵਤਾਰ ਬਨਾਇਓ, ਜਗ ਤਾਰਨ ਕਉ ਅਵਤਾਰ ਬਨਾਇਓ, ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਜਪਿਓ ਜਿਨ ਅਰਜੁਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬੇਅੰਤੀ ਬੇਅੰਤ ਪਰਉਪਕਾਰ ਹਨ। ਸਾਧ ਸੰਗਤ ਜੀ ਗਿਣੇ ਨਹੀਂ ਜਾ ਸਕਦੇ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੋ ਗਰੀਬ ਨਵਾਜ ਸਾਹਿਬ ਜੀ ਜੋ ਲੜੀਵਾਰ ਰੂਪ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ, 28ਵੀਂ ਪੌੜੀ ਦੇ ਅੰਦਰ ਰਹਿੰਦਾ ਸਮਾਂ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਪਰਚੈ ਵੇਦ ਵਿਚਾਰੇ। ਇਹ ਸਿੱਧ ਜੋ ਭਰਥਰੀ, ਇਸੇ ਤਰ੍ਹਾਂ ਗੋਪੀ ਚੰਦ, ਮੰਗਲਨਾਥ ਜਿਹੜੇ ਸ਼ਰਧਾਲੂ ਸਿੱਧ ਸਨ, ਉਹਨਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਜੀ ਕਿਰਪਾ ਕਰਕੇ ਗੁਰਮੁਖਾਂ ਦੇ ਬਾਰੇ ਕੋਈ ਉਪਦੇਸ਼ ਦਿਓ ਕਿ ਗੁਰਮੁਖਾਂ ਦਾ ਕੈਸਾ ਜੀਵਨ ਹੈ, ਗੁਰਮੁਖਾਂ ਦੀ ਕੈਸੀ ਮਰਿਆਦਾ। ਤਾਂ ਇਹ ਸਿੱਧ ਗੋਸ਼ਟ ਬਾਣੀ ਦੇ ਅੰਦਰ ਸਤਿਗੁਰੂ ਜੀ ਉਹਨਾਂ ਸਿੱਧਾਂ ਨੂੰ ਗੁਰਮੁਖਾਂ ਦੇ ਬਾਰੇ ਦੱਸਦੇ ਹਨ। ਜਿਵੇਂ ਪਿਛੇ 27ਵੀਂ ਪੌੜੀ ਵਿੱਚ ਵੀ ਮਹਾਰਾਜ ਨੇ ਗੁਰਮੁਖਾਂ ਦੀ ਅਵਸਥਾ ਬਾਰੇ ਦੱਸਿਆ, ਇੱਥੇ 28ਵੀਂ ਪੌੜੀ ਵਿੱਚ ਵੀ ਐਸਾ ਹੀ ਉਪਦੇਸ਼ ਮਹਾਰਾਜ ਦੇ ਰਹੇ ਹਨ। ਗੁਰਮੁਖ ਪਰਚੈ ਵੇਦ ਵਿਚਾਰੀ। ਮਹਾਰਾਜ ਕਹਿੰਦੇ ਸਿੱਧੋ ਜੋ ਗੁਰਮੁਖ ਹਨ, ਗੁਰੂ ਸਾਹਿਬ ਜੀ ਦਾ ਉਪਦੇਸ਼ ਗ੍ਰਹਿਣ ਕਰਕੇ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਤੇ ਮੁਖੀ ਸਤਿਗੁਰੂ ਜੀ ਦੇ ਪਰਚੈ ਉਪਦੇਸ਼ ਦੇ ਵਿੱਚ ਹੀ ਹਰ ਵੇਲੇ ਪਰਚੇ ਰਹਿੰਦੇ ਹਨ। ਉਪਦੇਸ਼ ਨੂੰ ਗ੍ਰਹਿਣ ਕਰਕੇ ਉਪਦੇਸ਼ ਦੀ ਜੋ ਵਿਚਾਰ ਕਰਦੇ ਹਨ ਉਹ ਗੁਰਮੁਖਾ, ਤੇ ਗੁਰੂ ਕੇ ਉਪਦੇਸ਼ ਦੀ ਵਿਚਾਰ ਕਰਨੀ ਇਹ ਗੁਰਮੁਖਾਂ ਦਾ ਵੇਦਾਂ ਦੀ ਵਿਚਾਰ ਹੈ। ਗੁਰਮੁਖ ਇਹੀ ਗਿਆਨ ਦੀ ਵਿਚਾਰ ਕਰਦੇ ਹਨ ਜੋ ਗੁਰੂ ਕੇ ਉਪਦੇਸ਼ ਦੀ ਉਹਨਾਂ ਨੇ ਵਿਚਾਰ ਕੀਤੀ ਹੈ, ਗੁਰੂ ਕੇ ਉਪਦੇਸ਼ ਦੇ ਨਾਲ ਪਰਚਾ ਪਾਇਆ ਹੈ,
ਗੁਰੂ ਕੇ ਉਪਦੇਸ਼ ਦੇ ਨਾਲ ਪ੍ਰੇਮ ਪਾਇਆ ਹੈ। ਇਹ ਗੁਰਮੁਖਾਂ ਨੇ ਵੇਦਾਂ ਦੀ ਵਿਚਾਰ ਕਰਨਾ ਕੀਤੀ ਹੈ। ਇਹੀ ਗੁਰਮੁਖਾਂ ਦੇ ਵੇਦ ਆ, ਇਹੀ ਗੁਰਮੁਖਾਂ ਨੇ ਗਿਆਨ ਦੀ ਵਿਚਾਰ ਕੀਤੀ ਹੈ। ਗੁਰਮੁਖ ਪਰਚੈ ਤਰੀਐ ਤਾਰੀ। ਜੋ ਗੁਰਮੁਖ ਹਨ ਸਿੱਧੋ ਉਹ ਗੁਰੂ ਕੀ ਉਪਦੇਸ਼ ਦੇ ਧਾਰਨੀ ਹੁੰਦੇ ਆ। ਪਰਚੈ ਨਾਮ ਉਪਦੇਸ਼ ਦਾ ਹੈ ਸਾਧ ਸੰਗਤ। ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਨਾਲ ਉਹ ਪਰਚਾ ਪਾਉਂਦੇ ਆ, ਪ੍ਰੇਮ ਪਾਉਂਦੇ ਆ। ਗੁਰੂ ਕੇ ਉਪਦੇਸ਼ ਦੇ ਨਾਲ ਪਰਚੇ ਰਹਿੰਦੇ ਹਨ। ਇਸ ਕਰਕੇ ਉਹ ਤਰੀਆ ਤਾਰੀ, ਆਪ ਵੀ ਤਰਦੇ ਆ ਸੰਸਾਰ ਤੋਂ ਤੇ ਤਾਰੀ ਹੋਰਨਾਂ ਨੂੰ ਵੀ ਤਾਰਦੇ ਹਨ। ਗੁਰਮੁਖ ਪਰਚਾ ਤਰੀਆ ਤਾਰੀ, ਗੁਰਮੁਖ ਹੋਰਨਾਂ ਨੂੰ ਵੀ ਤਾਰਦੇ, ਆਪ ਵੀ ਤਰਦੇ। ਉਹ ਗੁਰਮੁਖਾਂ ਦਾ ਜੀਵਨ ਤਾਰੀ ਨਾਮ ਹੈ ਬੇੜੀ ਦਾ ਸਾਧ ਸੰਗਤ। ਉਹ ਭਗਤੀ ਰੂਪੀ ਬੇੜੀ ਉੱਤੇ ਚੜ੍ਹ ਕਰਕੇ, ਭਗਤੀ ਰੂਪੀ ਨੌਕਾ ਉੱਤੇ ਚੜ੍ਹ ਕਰਕੇ ਆਪ ਵੀ ਤਰਦੇ ਆ ਤੇ ਭਗਤੀ ਰੂਪੀ ਬੇੜੀ ਤੇ ਚੜ੍ਹਾ ਕੇ ਹੋਰਨਾਂ ਨੂੰ ਵੀ ਤਾਰਦੇ। ਗੁਰਮੁਖਾਂ ਦਾ ਜੀਵਨ ਜਹਾਜ਼ ਨਿਆਈ ਬਣ ਜਾਂਦਾ। ਉਹ ਆਪ ਵੀ ਤਰਦੇ ਆ, ਹੋਰਨਾਂ ਨੂੰ ਵੀ ਤਾਰਦੇ ਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਮਹਾਨ ਪਰਉਪਕਾਰੀ ਸਤਿਗੁਰੂ ਗੋਰੇ ਅਰਜਨ ਵਿਟਹੁ ਕੁਰਬਾਨੀ। ਸਤਿਗੁਰੂ ਜੀ ਨੇ ਕਿੰਨੇ ਗੁਰਮੁਖ ਬਣਾ ਦਿੱਤੇ ਸਾਧ ਸੰਗਤ। ਭਾਈ ਸਾਹਿਬ ਭਾਈ ਅਦਲੀ ਜੀ ਉਹ ਪੰਜਵੇਂ ਪਾਤਸ਼ਾਹ ਦੇ ਸਿੱਖ ਸਨ, ਜੋ ਚੋਲਾ ਸਾਹਿਬ ਦੇ ਰਹਿਣ ਵਾਲੇ ਸਨ। ਇਹ ਚੋਲਾ ਸਾਹਿਬ ਜੋ ਨਗਰ ਹੈ ਮਾਝੇ ਵਿੱਚ, ਇੱਥੋਂ ਆਪਣੇ ਸਾਹਮਣੇ ਜਿਸ ਵੇਲੇ ਕਰਮ ਵਾਲੇ ਤੋਂ ਆਪਾਂ ਦਰਿਆ ਟੱਪਦੇ ਹਾਂ ਪਤਨ, ਤੇ ਇਸ ਇਲਾਕੇ ਦੀਆਂ ਸਾਰੀਆਂ ਸੰਗਤਾਂ ਭਲੀ ਪ੍ਰਕਾਰ ਹੀ ਜਾਣਦੀਆਂ। ਤੇ ਚੋਲਾ ਸਾਹਿਬ ਦਾ ਨਾਮ ਇਤਿਹਾਸ ਵਿੱਚ ਪਹਿਲਾ ਭੈਣੀ ਲਿਖਿਆ। ਇਹ ਭੈਣੀ ਤੋਂ ਮਹਾਰਾਜ ਸਾਹਿਬ ਜੀ ਨੇ ਚੋਲਾ ਬਣਾਇਆ। ਜਦੋਂ ਸਤਿਗੁਰੂ ਜੀ ਇੱਥੇ ਆਏ ਸਨ ਨਾ ਪਰਿਵਾਰ ਸਮੇਤ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਵੀ ਨਾਲ ਹੀ ਸਨ। ਛੋਟੀ ਜੀ ਸਰੀਰ ਕਾਲ ਬਲਾਸ ਮਹਾਰਾਜ ਜੀ ਛੇਵੇਂ ਪਾਤਸ਼ਾਹ। ਤਾਂ ਵਿਚਰਦੇ ਵਿਚਰਦੇ ਮਹਾਰਾਜ ਸਾਹਿਬ ਜੀ ਇਹਨਾਂ ਪਿੰਡਾਂ ਵਿੱਚ ਉਦੋਂ ਆਏ, ਸਰਿਆਲੀ ਵਿੱਚ ਵੀ ਚਰਨ ਪਾਏ, ਇੱਧਰ ਨੂੰ ਆਏ, ਇਹ ਭੈਣੀ ਪਿੰਡ ਵਿੱਚ ਆਏ ਮਹਾਰਾਜ ਸਾਹਿਬ। ਤਾਂ ਉੱਥੇ ਨੰਬਰਦਾਰਨੀ ਮਾਈ ਨੇ ਮਹਾਰਾਜ ਸਾਹਿਬ ਜੀ ਨੂੰ ਚੂਰੀ ਕੁੱਟ ਕੇ ਛੰਨਾ ਭਰ ਕੇ ਛਕਾਈ। ਬਹੁਤ ਘਿਓ ਦੇ ਨਾਲ ਚੋਪੜੇ ਹੋਏ ਪ੍ਰਸ਼ਾਦੇ, ਗਰਮ ਗਰਮ ਪ੍ਰਸ਼ਾਦੇ ਚੰਗੀ ਤਰ੍ਹਾਂ ਘਿਓ ਪਾ ਕੇ ਕੁੱਟ ਕੇ ਤੇ ਮਹਾਰਾਜ ਪੰਚਮ ਪਾਤਸ਼ਾਹ ਜੀ ਨੂੰ ਛਕਾਈ। ਜਦੋਂ ਛੰਨਾ ਮਹਾਰਾਜ ਸਾਹਿਬ ਜੀ ਨੇ ਛਕਿਆ ਤੇ ਸਤਿਗੁਰੂ ਜੀ ਕਹਿਣ ਲੱਗੇ, ਮਾਈ ਵੀ ਇਹ ਤੂੰ ਤਾਂ ਚੋਲਾ ਹੀ ਬਣਾ ਲਿਆਂਦਾ। ਚੋਲਾ ਛਕਾਇਆ, ਘਿਓ ਵਿੱਚ ਮਿੱਠਾ ਪਾਇਆ ਤੇ ਘਿਓ ਪਾਇਆ ਖੁੱਲਾ। ਤੇ ਮਹਾਰਾਜ ਛਕ ਕੇ ਪ੍ਰਸੰਨ ਹੋਏ, ਕਹਿਣ ਲੱਗੇ ਤਾਂ ਮਾਈ ਤੂੰ ਚੋਲਾ ਹੀ ਬਣਾ ਲਿਆ। ਤੇ ਉਸ ਵੇਲੇ ਫਿਰ ਮਹਾਰਾਜ ਨੇ ਖੁਸ਼ੀ ਦੇ ਵਿੱਚ ਨਗਰ ਦਾ ਨਾਂ ਹੀ ਚੋਲਾ ਰੱਖ ਦਿੱਤਾ। ਉੱਥੇ ਸ਼ਬਦ ਵੀ ਉਚਾਰੇ ਮਹਾਰਾਜ ਨੇ, ਜਿਨ੍ਹਾਂ ਸ਼ਬਦਾਂ ਵਿੱਚ ਬਚਨ ਆਉਂਦਾ, ਇਹੋ ਨਾਨਕ ਕੀਨੋ ਚੋਲਾ। ਸਤਿਗੁਰੂ ਕਹਿਣ ਲੱਗੇ, ਭਾਈ ਹੁਣ ਅੱਜ ਤੋਂ ਬਾਅਦ ਇਹ ਪਿੰਡ ਨੂੰ ਤੁਸੀਂ ਭੈਣੀ ਨਾ ਆਖਿਆ ਕਰੋ, ਇਹਨੂੰ ਤੁਸੀਂ ਚੋਲਾ ਸਾਹਿਬ ਆਖਿਆ ਕਰੋ। ਇਹ ਪਿੰਡ ਹੁਣ ਚੋਲਾ ਬਣ ਗਿਆ। ਪਿੰਡ ਵਾਲੇ ਲੋਕ ਕਹਿਣ ਲੱਗੇ, ਮਹਾਰਾਜ ਵੀ ਇਹ ਸਾਡੇ ਪਿੰਡ ਦਾ ਨਾਮ ਤੇ ਕਾਗਜ਼ਾਂ ਵਿੱਚ ਵੀ ਭੈਣੀ ਹੈ। ਨੰਬਰਦਾਰ ਬੈਠੇ ਹੋਏ ਸੀ, ਹੋਰ ਪਿੰਡ ਦੇ ਆਗੂ ਬੈਠੇ ਸੀ ਮਹਾਰਾਜ ਦੇ ਚਰਨਾਂ ਵਿੱਚ। ਕਹਿੰਦੇ ਜੀ ਅਸੀਂ ਜਦੋਂ ਮਾਮਲਾ ਤਾਰਨ ਵਾਸਤੇ ਜਾਂਦੇ ਆ, ਕਦੀ ਲਾਹੌਰ ਜਾਣਾ ਪੈਂਦਾ, ਕਦੀ ਦਿੱਲੀ ਜਾਣਾ ਪੈਂਦਾ, ਤੇ ਉਹ ਸਰਕਾਰੀ ਦਰਬਾਰੇ ਅਸੀਂ ਮਹਾਰਾਜ ਲੈ ਕੇ ਜਾਂਦੇ ਆ ਮਾਮਲਾ। ਕੁਝ ਸਾਲ ਬਾਅਦ, ਕੁਝ 6 ਮਹੀਨਿਆਂ ਬਾਅਦ, ਕੋਈ 2 ਸਾਲਾਂ ਬਾਅਦ ਮਾਮਲਾ ਜਦੋਂ ਵੀ ਤਾਰਨਾ ਪੈਂਦਾ, ਫਿਰ ਉੱਥੇ ਤਾਂ ਮਾਰੇ ਕਾਗਜ਼ਾਂ ਵਿੱਚ ਸਾਰੇ ਪਾਸੇ ਸਾਡਾ ਨਗਰ ਭੈਣੀ ਚੱਲਦਾ। ਮਾਰੇ ਕਹਿੰਦੇ ਨਹੀਂ ਅੱਜ ਤੋਂ ਬਾਅਦ ਚੋਲਾ ਆਖਣਾ ਤੁਸੀਂ। ਜਦੋਂ ਇਹ ਮਾਮਲਾ ਤਾਰਨ ਵੀ ਜਾਓਗੇ ਤੁਸੀਂ ਇਹ ਗੱਲ ਹੀ ਕਹਿਣੀ ਕਿ ਅਸੀਂ ਚੋਲੇ ਪਿੰਡ ਚੋਂ ਆਏ, ਚੋਲਾ ਸਾਹਿਬ ਤੋਂ ਆਏ। ਸਤਿਗੁਰੂ ਕਹਿੰਦੇ ਸਭ ਠੀਕ ਹੋ ਜਾਏਗਾ, ਤੁਸੀਂ ਚੋਲਾ ਸਾਹਿਬ ਹੀ ਕਹਿਣਾ, ਤੁਸੀਂ ਹੁਣ ਭੈਣੀ ਨਹੀਂ ਕਹਿਣਾ ਅੱਜ ਤੋਂ ਬਾਅਦ। ਇੱਕ ਬਹੁਤਾ ਹੀ ਖਹਿੜੇ ਪਿਆ ਸੀ ਉੱਥੇ ਪਿੰਡ ਦਾ ਬੰਦਾ, ਉਹਨੇ ਮਹਾਰਾਜ ਦਾ ਬਚਨ ਵਾਰ-ਵਾਰ ਉਲਟਾਇਆ ਤੇ ਸਤਿਗੁਰੂ ਕਹਿੰਦੇ ਇਹ ਕਮਲਾ ਕੀ ਆਖੀ ਜਾਂਦਾ।
ਇਤਿਹਾਸ ਵਿੱਚ ਲਿਖਿਆ ਹੈ ਬਚਨ ਹੋਇਆ ਤੇ ਉਹ ਬੰਦਾ ਕਮਲਾ ਹੋ ਗਿਆ ਸੀ। ਤੇ ਫਿਰ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਪਰ ਕਹਿੰਦੇ ਵੀ ਉਸ ਖਾਨਦਾਨ ਦੇ ਵਿੱਚ ਹੁਣ ਤੀਕ ਕੋਈ ਚੱਲਿਆ ਆਉਂਦਾ ਕੋਈ ਨਾ ਕੋਈ ਅਖੀਰ ਦੇ ਉੱਤੇ ਸਰੀਰ ਤਿਆਗਣ ਤੋਂ ਪਹਿਲਾਂ ਇੱਕ ਵਾਰੀ ਕਮਲਾ ਹੁੰਦਾ ਹੀ ਹੈ। ਉਹ ਸੁਭਾਵਕ ਜਿਹੜਾ ਬਚਨ ਮਹਾਰਾਜ ਸਾਹਿਬ ਦਾ ਹੋਇਆ। ਫਿਰ ਉਹ ਜਿਸ ਵੇਲੇ ਮਾਮਲਾ ਤਾਰਨ ਵਾਸਤੇ ਪਿੰਡ ਦੇ ਗਏ ਸੀ ਨਾ, ਜਾ ਕੇ ਉਹਨਾਂ ਆਖਿਆ ਜੀ ਅਸੀਂ ਚੋਹਲਾ ਸਾਹਿਬ ਤੋਂ ਆਏ। ਉਹ ਕਾਗਜ਼ ਵੇਖਣ ਵਾਲੇ ਰਜਿਸਟਰ ਵੇਖਣ, ਉਹ ਕਹਿੰਦੇ ਵੀ ਅੱਗੇ ਤੇ ਕਦੀ ਚੋਹਲਾ ਸਾਹਿਬ ਨਗਰ ਹੀ ਨਹੀਂ ਸੁਣਿਆ, ਵੀ ਤੁਸੀਂ ਤੇ ਭੈਣੀ ਦੇ ਨੰਬਰਦਾਰ ਅੱਗੇ ਵੀ ਆਉਂਦੇ। ਤਾਂ ਉਹ ਜਿਸ ਵੇਲੇ ਕਾਗਜ਼ ਉਹਨਾਂ ਨੇ ਰਜਿਸਟਰ ਖੋਲੇ ਤੇ ਉੱਥੇ ਭੈਣੀ ਨਾਮ ਹੀ ਨਹੀਂ ਲੱਭਾ, ਉੱਥੇ ਫਿਰ ਚੋਹਲਾ ਸਾਹਿਬ ਹੀ ਲਿਖਿਆ ਮਿਲਿਆ ਉਹਨਾਂ ਨੂੰ ਸਾਰੇ ਥਾਵਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਤਾਂ ਇਹ ਸੁਭਾਵਕ ਚੋਹਲਾ ਸਾਹਿਬ ਦਾ ਵਿੱਚ ਆ ਗਿਆ ਵੀ ਚੋਹਲਾ ਸਾਹਿਬ ਦੇ ਰਹਿਣ ਵਾਲਾ ਸੀਗਾ ਭਾਈ ਅਦਲੀ, ਜਿਸ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਤੋਂ ਸਿੱਖੀ ਪ੍ਰਾਪਤ ਕੀਤੀ। ਨਗਰ ਤੋਂ ਬਾਰ-ਬਾਰ ਭਾਈ ਸਾਹਿਬ ਜੀ ਦਾ ਹੁਣ ਵੀ ਅਸਥਾਨ ਸੋਭਨੀਕ, ਉੱਥੇ ਉਹ ਰਹਿੰਦੇ ਸਨ, ਸਿਮਰਨ ਭਜਨ ਕਰਿਆ ਕਰਦੇ। ਤੇ ਉਹ ਗੁਰਮੁਖ ਬਾਬਾ ਅਦਲੀ ਜੀ, ਉਹਨਾਂ ਦੀ ਸੰਗਤ ਕਰਕੇ ਕਈਆਂ ਦਾ ਭਲਾ ਹੋਇਆ। ਉਹ ਆਪ ਨਾਮ ਜਪਦੇ, ਹੋਰਨਾਂ ਨੂੰ ਜਪਾਉਂਦੇ, ਕਿਉਂਕਿ ਮਹਾਰਾਜ ਇੱਥੇ ਕਹਿ ਰਹੇ ਗੁਰਮੁਖ ਪਰਚੈ ਤਰੀਐ ਤਾਰੀ। ਵੀ ਗੁਰਮੁਖ ਜੋ ਹੈ ਉਹ ਗੁਰੂ ਕੇ ਉਪਦੇਸ਼ ਦੇ ਨਾਲ ਉਹਦੀ ਸਾਂਝ ਬਣ ਜਾਂਦੀ ਹੈ, ਗੁਰੂ ਕੇ ਉਪਦੇਸ਼ ਦੇ ਨਾਲ ਉਹ ਪ੍ਰੇਮ ਕਰਦਾ ਹੈ ਤੇ ਆਪ ਵੀ ਤਰਦਾ ਹੈ ਤੇ ਹੋਰਨਾਂ ਨੂੰ ਵੀ ਤਾਰਦਾ ਭਗਤੀ ਰੂਪੀ ਬੇੜੀ ਤੇ ਚੜ੍ਹ। ਤੇ ਪੰਜਵੇਂ ਪਾਤਸ਼ਾਹ ਦੇ ਸਿੱਖ ਭਾਈ ਅਦਲੀ ਜੀ ਆਪ ਵੀ ਉਹ ਗੁਰਮੁਖ ਤਰੇ ਤੇ ਉਹਨਾਂ ਨੇ ਹੋਰਾਂ ਨੂੰ ਵੀ ਕਈਆਂ ਨੂੰ ਤਾਰਿਆ ਭਗਤੀ ਦੇ ਉੱਤੇ, ਭਗਤੀ ਨਾਲ ਜੋੜ ਕੇ ਭਗਤੀ ਰੂਪੀ ਬੇੜੀ ਤੇ ਚੜਾ ਕੇ। ਤਾਰੀ ਨਾਮ ਬੇੜੀ ਦਾ, ਭਗਤੀ ਰੂਪੀ ਬੇੜੀ ਤੇ ਚਾੜ ਕੇ ਕਈਆਂ ਦਾ ਭਲਾ ਕੀਤਾ ਗੁਰਸਿੱਖ ਨੇ, ਗੁਰਮੁਖ ਨੇ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਵੀ ਗੁਰੂ ਘਰ ਦੇ ਵਿੱਚ ਜੇ ਆਏ ਆ ਤੇ ਉਹ ਭਾਈ ਅਦਲੀ ਜੀ ਦੀ ਸੰਗਤ ਕਰਕੇ ਆਏ। ਜਦੋਂ ਉਹਨਾਂ ਨੇ ਮੱਝਾਂ ਕੱਢੀਆਂ ਤੇ ਭਾਈ ਅਦਲੀ ਜੀ ਦੇ ਪਾਸ ਉਹ ਪਹੁੰਚੇ। ਛੱਪੜ ਸੀ ਉੱਥੇ, ਜਿਸ ਥਾਂ ਤੇ ਅੱਜ ਕੱਲ੍ਹ ਸਰੋਵਰ ਸਾਹਿਬ ਬਣਿਆ ਹੋਇਆ ਭਾਈ ਅਦਲੀ ਜੀ ਦੇ ਸਥਾਨ ਤੇ, ਉੱਥੇ ਛੱਪੜ ਸੀਗਾ ਪਹਿਲਾਂ, ਜਦੋਂ ਭਾਈ ਸਾਹਿਬ ਜੀ ਉੱਥੇ ਸਰੀਰ ਕਰਕੇ ਸਲਾਮਤ ਸਨ। ਤਾਂ ਉਸ ਵੇਲੇ ਪਿੱਛੇ ਪਿੰਡ ਦੇ ਲੋਕ ਜਾ ਰਹੇ, ਡਾਂਗਾ ਸੋਟੇ ਫੜ ਕੇ ਵੀ ਸਾਡਾ ਚੋਰ ਮੱਝਾਂ ਲੈ ਕੇ ਚਲੇ ਗਿਆ। ਉਹ ਛੱਪੜ ਵਿੱਚ ਮੱਝਾਂ ਬਹਾ ਕੇ ਤੇ ਭਾਈ ਸਾਹਿਬ ਜੀ ਦੇ ਉੱਥੇ ਧਰਮਸ਼ਾਲਾ ਦੇ ਵਿੱਚ ਪਹੁੰਚ ਗਏ। ਆਖਿਆ ਬਾਬਾ ਜੀ ਮੇਰੀ ਰੱਖਿਆ ਕਰੋ, ਮੈਂ ਚੋਰ ਵਾਂ ਤੇ ਆ ਮੱਝਾਂ ਲੈ ਕੇ ਆਇਆ ਵਾਂ ਤੇ ਮੱਝਾਂ ਛੱਪੜ ਚ ਭਾਈਆਂ ਤੇ ਪਿੰਡ ਦੇ ਲੋਕ ਤੁਰੇ ਆਉਂਦੇ ਡਾਂਗਾ ਸੋਟੇ ਲੈ ਕੇ, ਕੁੱਟ ਦੇਣਗੇ ਮੈਨੂੰ। ਤੇ ਭਾਈ ਸਾਹਿਬ ਜੀ ਨੇ ਆਖਿਆ ਭਾਈ ਅਦਲੀ ਜੀ ਨੇ ਕਿ ਗੁਰਮੁਖਾ ਉੱਥੇ ਬਹਿ ਜਾ ਸਾਹਮਣੇ ਤੇ ਵਾਹਿਗੁਰੂ ਵਾਹਿਗੁਰੂ ਜਪ। ਤੇ ਗੁਰਜੀ ਦੇ ਲਾਗੇ ਬਹਿ ਕੇ ਚੌਂਕੜਾ ਮਾਰ ਕੇ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਫਿਰ ਵਾਹਿਗੁਰੂ 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 ਜਪਣ ਲੱਗ ਪਏ। ਜਦੋਂ ਵਾਰ ਮਗਰ ਆਈ ਆ, ਮੱਝਾਂ ਵੇਖੀਆਂ, ਫਿਰ ਭਾਈ ਅਦਲੀ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ ਸਾਡਾ ਚੋਰ ਆਇਆ ਇੱਥੇ ਤੁਹਾਡੇ ਕੋਲੇ। ਉਹ ਕਹਿੰਦੇ ਉਹ ਸਾਹਮਣੇ ਬੈਠਾ ਉਹ ਤਾਂ ਨਹੀਂ? ਕਹਿੰਦੇ ਨਹੀਂ ਜੀ, ਇਹ ਤੇ ਕੋਈ ਤੁਹਾਡਾ ਪ੍ਰੇਮੀ, ਕੋਈ ਸੇਵਾਦਾਰ, ਕੋਈ ਨਾਮ ਜਪ ਰਿਹਾ। ਤੇ ਭਾਈ ਸਾਹਿਬ ਕਹਿੰਦੇ ਵੀ ਤੁਸੀਂ ਚੋਰ ਨੂੰ ਕੀ ਕਹਿਣਾ, ਮੱਝਾਂ ਤੁਹਾਡੀਆਂ ਆਪਣੀਆਂ ਲੈ ਕੇ ਚਲੇ ਜਾਓ। ਉਹ ਮੱਝਾਂ ਵੇਖੀਆਂ ਤੇ ਮੱਝਾਂ ਲੈ ਕੇ ਵਾਪਸ ਆ ਗਏ। ਤੇ ਫਿਰ ਬਾਬਾ ਬਿਧੀ ਚੰਦ ਸਾਹਿਬ ਨੇ ਆਖਿਆ ਕਿ ਬਾਬਾ ਜੀ ਮੈਨੂੰ ਆਪਣਾ ਸਿੱਖ ਬਣਾ ਲਓ, ਮੈਂ ਤੁਹਾਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੁੰਦਾ। ਤੇ ਭਾਈ ਅਦਲੀ ਸਾਹਿਬ ਜੀ ਨੇ ਆਖਿਆ ਕਿ ਗੁਰਮੁਖਾ ਮੈਂ ਤੇ ਆਪ ਸਿੱਖ ਵਾਂ, ਮੈਂ ਤੈਨੂੰ ਆਪਣਾ ਸਿੱਖ ਨਹੀਂ ਬਣਾ ਸਕਦਾ। ਮੈਂ ਇਹ ਕੰਮ ਕਰ ਸਕਦਾ ਜਿਨ੍ਹਾਂ ਦਾ ਮੈਂ ਸਿੱਖ ਵਾਂ ਉਹਨਾਂ ਦੇ ਚਰਨੀ ਜਾ ਕੇ ਤੈਨੂੰ ਪਾ ਸਕਦਾ। ਮੈਂ ਆਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿੱਖ ਹਾਂ। ਚੱਲ ਤੈਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਕੇ ਜਾ। ਫਿਰ ਭਾਈ ਅਦਲੀ ਜੀ ਨੇ ਇਹ ਬੇੜੀ ਦਾ ਕੰਮ ਕੀਤਾ, ਸਾਧ ਸੰਗਤ, ਇਹ ਪੁੱਲ ਦਾ ਕੰਮ ਕੀਤਾ।
ਬਾਬੇ ਬਿਧੀ ਚੰਦ ਸਾਹਿਬ ਜੀ ਨੂੰ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਜਾ ਕੇ ਪਾਇਆ। ਫਿਰ ਪੰਜਵੇਂ ਪਾਤਸ਼ਾਹ ਤੋਂ ਸਿੱਖੀ ਪ੍ਰਾਪਤ ਕੀਤੀ ਬਾਬਾ ਜੀ ਨੇ। ਤੇ ਮਹਾਰਾਜ ਸਾਹਿਬ ਨੇ ਉਪਦੇਸ਼ ਦਿੱਤਾ ਵੀ ਪਰਉਪਕਾਰ ਕਰਨਾ ਵਾ, ਚੋਰੀ ਨਹੀਂ ਕਰਦੀ। ਅੱਜ ਤੋਂ ਬਾਅਦ ਪਰਉਪਕਾਰ ਕਰਨਾ ਜੀਵਨ ਦੇ ਵਿੱਚ। ਫਿਰ ਉਸ ਤੋਂ ਬਾਅਦ ਪਰਉਪਕਾਰ ਹੀ ਕੀਤੇ ਆ ਸਾਰਾ ਜੀਵਨ ਭਰਿਆ ਪਿਆ ਬਾਬਾ ਬਿਧੀ ਚੰਦ ਸਾਹਿਬ ਜੀ ਦਾ। ਕਿੰਨੇ ਪਰਉਪਕਾਰ ਫਿਰ ਕੀਤੇ। ਪੰਜਵੇਂ ਪਾਤਸ਼ਾਹ ਦੇ ਉਹ ਸਿੱਖ ਬਣੇ। ਜਦੋਂ ਪੰਜਵੇਂ ਪਾਤਸ਼ਾਹੀ ਦੀ ਸ਼ਹਾਦਤ ਹੋਈ ਆ ਤੇ ਉਸ ਵੇਲੇ ਪੰਜਾਂ ਸਿੱਖਾਂ ਦੇ ਸਮੇਤ ਬਾਬਾ ਬਿਧੀ ਚੰਦ ਸਾਹਿਬ ਵੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨਾਲ ਗਏ। ਜਿਹੜੇ 5 ਸਿੱਖ ਗਏ ਸੀ, ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਪੁਰਾਣਾ ਜੀ ਤੇ ਭਾਈ ਲੰਗਾਹ ਜੀ, ਇਹ 5 ਸਿੱਖ ਲੈ ਕੇ ਗਏ ਸੀ ਮਹਾਰਾਜ ਦੀ ਪਾਲਕੀ। ਸਤਿਗੁਰੂ ਅੰਮ੍ਰਿਤਸਰ ਸਾਹਿਬ ਤੋਂ ਪਾਲਕੀ ਸਾਹਿਬ ਵਿੱਚ ਸੋਭਨੀਕ ਹੋ ਕੇ ਫਿਰ ਲਾਹੌਰ ਪਹੁੰਚੇ ਸਨ। ਕਹਿਣ ਤੋਂ ਭਾਵ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿ ਰਹੇ ਵੀ ਗੁਰਮੁਖ ਆਪ ਵੀ ਤਰਦਾ ਹੈ ਤੇ ਹੋਰਨਾਂ ਨੂੰ ਵੀ ਤਾਰਦਾ ਹੈ। ਗੁਰਮੁਖ ਪਰਚੈ ਤਰੀਐ ਤਾਰੀ, ਆਪ ਵੀ ਤਰਦਾ ਤੇ ਹੋਰਨਾਂ ਨੂੰ ਵੀ ਤਾਰਦਾ। ਤੇ ਐਸੇ ਗੁਰਮੁਖ ਕਈ ਬਣਾ ਦਿੱਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ। ਕਿਉਂਕਿ ਪੰਜਵੇਂ ਪਾਤਸ਼ਾਹ ਦਾ ਆਪਾਂ ਜ਼ਿਕਰ ਤਾਂ ਕਰ ਰਹੇ ਹਾਂ, ਮਹਾਰਾਜ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਕਿ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚੋਂ ਹੀ ਨਾਲ ਵਿਚਾਰ ਸਾਂਝੀ ਕੀਤੀ ਜਾਵੇ। ਭਾਈ ਮੰਝ ਨੂੰ ਮਹਾਰਾਜ ਨੇ ਗੁਰਮੁਖ ਬਣਾ ਦਿੱਤਾ ਤੇ ਭਾਈ ਮੰਝ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਕਸਵੱਟੀ ਵੀ ਬੜੀ ਜ਼ਿਆਦੀ ਲਾਈ। ਭਾਈ ਮੰਝ ਜੀ ਉਹ ਵੀ ਪਹਿਲਾਂ ਸਖੀ ਸਰਵਰ ਨੂੰ ਹੀ ਮੰਨਣ ਵਾਲੇ ਸਨ, ਉਹਨਾਂ ਦੇ ਆਗੂ ਸਨ। ਫਿਰ ਮਹਾਰਾਜ ਸਾਹਿਬ ਦੇ ਚਰਨੀ ਆਏ ਤੇ ਸਤਿਗੁਰੂ ਜੀ ਨੇ ਉਸ ਪੂਜਾ ਤੋਂ ਹਟਾ ਕੇ ਤੇ ਚਰਨ ਪਉ ਦੇ ਕੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਫਿਰ ਹੁਕਮਨਾਮਾ ਭੇਜ ਕੇ ਭਾਈ ਮੰਝ ਨੂੰ ਆਪਣੇ ਪਾਸ ਬੁਲਾਇਆ ਤੇ ਆਪਣੇ ਘਰ ਦੀ ਸੇਵਾ ਦਿੱਤੀ। ਫਿਰ ਲੰਗਰ ਵਾਸਤੇ ਬਾਲਣ ਲੈ ਕਰਕੇ ਆਉਂਦੇ ਰੋਜ਼ ਜੰਗਲ ਦੇ ਵਿੱਚ। ਸੁੱਕੀਆਂ ਲੱਕੜਾਂ, ਸੁੱਕਾ ਬਾਲਣ ਇਕੱਠਾ ਕਰਕੇ ਪੰਡ ਲਿਆਉਂਦੇ ਰੋਜ਼ ਤੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲੈਂਦੇ। ਮਹਾਰਾਜ ਨੇ ਇੱਕ ਦਿਨ ਪੁੱਛਿਆ ਵੀ ਭਾਈ ਮੰਝ ਸੇਵਾ ਕਰਦਾ ਵਾ? ਲਾਂਗਰੀ ਸਿੱਖ ਨੂੰ ਪੁੱਛਿਆ। ਆਖਿਆ ਜੀ ਹਾਂ, ਸਾਰਾ ਦਿਨ ਹੀ ਸੇਵਾ ਕਰਦੇ, ਨਾਲੇ ਮਹਾਰਾਜ ਲੰਗਰ ਵਾਸਤੇ ਬਾਲਣ ਵੀ ਲੈ ਕੇ ਆਉਂਦੇ। ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ? ਮਹਾਰਾਜ ਲੰਗਰ ਵਿੱਚੋਂ ਹੀ ਛਕਦਾ ਪ੍ਰਸ਼ਾਦਾ। ਕਹਿੰਦੇ ਫਿਰ ਉਹਦੀ ਸੇਵਾ ਕਾਹਦੀ ਹੋਈ? ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛਕਦਾ। ਉਹਨੂੰ ਕਹੋ ਕਿ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਣਾ, ਗੁਰੂ ਕਾ ਹੁਕਮ। ਮਹਾਰਾਜ ਮੌਜ ਦੇ ਮਾਲਕ, ਸਾਰੇ ਸੰਸਾਰ ਵਾਸਤੇ ਲੰਗਰ ਲਾਇਆ, ਪਰ ਕਿਸੇ ਵੇਲੇ ਆਪਣੇ ਸਿੱਖਾਂ ਨੂੰ ਪਰਖਦੇ ਵੀ। ਭਾਈ ਮੰਝ ਨੂੰ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਕਸਵੱਟੀ ਲਾ ਦਿੱਤੀ। ਲਾਂਗਰੀ ਸਿੱਖ ਨੇ ਆਖਿਆ ਕਿ ਭਾਈ ਮੰਝ ਜੀ, ਮਹਾਰਾਜ ਦਾ ਬਚਨ ਹੈ ਵੀ ਤੁਸੀਂ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਣਾ, ਫਿਰ ਤੁਹਾਡੀ ਸੇਵਾ ਕਾਹਦੀ? ਜਿੰਨੀ ਕੁ ਸੇਵਾ ਕਰਦੇ ਉਹਨਾਂ ਕੁ ਛਕਾ ਲੈਂਦੇ। ਫਿਰ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਣਾ ਬੰਦ ਕਰਤਾ ਭਾਈ ਮੰਝ ਨੇ। ਸੇਵਾ ਉਸੇ ਤਰ੍ਹਾਂ ਹੀ ਜਾਰੀ ਹੈ। ਰੋਜ਼ ਬਾਲਣ ਲਿਆਉਣਾ, ਸਾਰਾ ਦਿਨ ਲੰਗਰ ਦੇ ਵਿੱਚ ਸੇਵਾ ਕਰਨੀ, ਝੂਠੇ ਭਾਂਡੇ ਮਾਂਜਣੇ, ਝਾੜੂ ਲਾਉਣੇ, ਹੋਰ ਸੇਵਾ ਕਰਨੀ। ਤੇ ਹੁਣ ਕੀ ਛਕਦਾ ਵਾ? ਜੋ ਵਧਿਆ ਹੋਇਆ ਸੰਗਤ ਦੇ ਵਿੱਚੋਂ, ਸੰਗਤ ਦਾ ਝੂਠਾ ਜੋ ਵਧਿਆ ਹੋਇਆ ਨਾ, ਉਹ ਛਕ ਲੈਂਦਾ ਭਾਈ ਮੰਝ। ਫਿਰ ਮਹਾਰਾਜ ਨੇ ਪੁੱਛਿਆ ਤੇ ਸਿੱਖ ਨੇ ਆਖਿਆ ਜੀ ਹੁਣ ਇਸ ਤਰ੍ਹਾਂ ਜਿਹੜਾ ਧੌਣ ਹੁੰਦਾ ਵਾ ਉਹ ਭਾਈ ਮੰਝ ਛਕ ਲੈਂਦਾ। ਕਹਿਣ ਲੱਗੇ ਉਹਨੂੰ ਕਹੋ ਇਹ ਵੀ ਨਹੀਂ ਛਕਣਾ। ਉਧਰੋਂ ਵੀ ਬੰਦ ਕਰ ਦਿੱਤਾ। ਫਿਰ ਐਸਾ ਲਿਖਿਆ ਇਤਿਹਾਸ ਵਿੱਚ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੁਝ ਗੁਰਸਿੱਖਾਂ ਦੇ ਘਰੋਂ ਸਵਾਇਆ ਕਿ ਜਾ ਕੇ ਪ੍ਰਸ਼ਾਦਾ ਬੇਨਤੀ ਕਰਕੇ ਛਕ ਲੈਣ ਤੇ ਲੰਗਰ ਦੇ ਵਿੱਚ ਸੇਵਾ ਕਰੀ ਜਾਣੀ। ਹੁਣ ਸੰਗਤ ਦਾ ਝੂਠਾ ਵੀ ਨਹੀਂ ਛਕਦਾ, ਜਿਹੜਾ ਧੌਣ ਉਹ ਵੀ ਨਹੀਂ ਛਕਦਾ। ਸਰੀਰ ਬੜਾ ਕਮਜ਼ੋਰ ਹੋ ਗਿਆ, ਸੇਵਾ ਉਸੇ ਤਰ੍ਹਾਂ ਚੱਲਦੀ। ਫਿਰ ਇੱਕ ਦਿਨ ਜਦੋਂ ਬਾਲਣ ਦੀ ਪੰਡ ਲੈ ਕੇ ਆ ਰਹੇ ਸੀ ਭਾਈ ਮੰਝ, ਜ਼ੋਰ ਦੀ ਹਨੇਰੀ, ਤੇ ਉਸ ਹਨੇਰੀ ਦੇ ਨਾਲ ਧੱਕੇ ਹੋਏ। ਐਸਾ ਧੱਕਾ ਵੱਜਾ ਕਿ ਖੂਹ ਵਿੱਚ ਜਾ ਡਿੱਗੇ। ਖੂਹ ਵਿੱਚ ਪਾਣੀ ਥੋੜਾ ਸੀ, ਪਰ ਫਿਰ ਵੀ ਅੱਧਿਓਂ ਜ਼ਿਆਦਾ ਸਰੀਰ ਪਾਣੀ ਦੇ ਵਿੱਚ ਆ। ਸਿਰ ਉੱਪਰ ਨੰਗਾ ਵਾ ਪਾਣੀ ਤੋਂ, ਤੇ ਜਿਹੜਾ ਬਾਲਣ ਵਾ ਉਹਨੂੰ
ਡਿੱਗ ਪਏ ਵਿੱਚ, ਪਰ ਬਾਲਣ ਦੀ ਪੰਡ ਫਿਰ ਵੀ ਸਿਰ ਤੇ ਹੀ ਚੁੱਕੀ ਹੋਈ। ਸੰਭਾਲ ਲਿਆ, ਫਿਰ ਬਾਲਣ ਡਿੱਗੀ ਇੱਕ ਵਾਰ ਤੇ ਪੰਡ ਡਿੱਗੀ ਜਦੋਂ ਵਿੱਚ ਡਿੱਗੇ ਜਾ ਕੇ, ਪਰ ਫਿਰ ਪੰਡ ਨੂੰ ਚੁੱਕ ਕੇ ਆਪਣੇ ਸਿਰ ਤੇ ਹੀ ਰੱਖ ਲਿਆ ਵੀ ਇਹ ਗਿੱਲੀ ਨਾ ਜ਼ਿਆਦੀ ਹੋ ਜਾਵੇ। ਇਧਰ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵੇਖਿਆ ਵੀ ਸਾਡਾ ਸਿੱਖ ਜਾ ਕੇ ਡਿੱਗ ਪਿਆ ਖੂਹ ਦੇ ਵਿੱਚ, ਜੋੜਾ ਵੀ ਨਹੀਂ ਚਰਨਾਂ ਚ ਪਾਇਆ, ਸਿੰਘਾਸਣ ਤੋਂ ਉੱਠੇ ਤੇ ਸਿੱਖਾਂ ਨੂੰ ਕਹਿਣ ਲੱਗੇ ਇੱਕ ਪੀੜੀ ਲਾਓ ਤੇ ਰੱਸਾ ਲੈ ਕੇ ਆਓ ਲੰਮਾ, ਆ ਜਾਓ ਛੇਤੀ। ਆਪ ਕਾਹਲੀ ਕਾਹਲੀ ਤੁਰ ਪਏ। ਤਾਂ ਮਹਾਰਾਜ ਸਾਹਿਬ ਜੀ ਫਿਰ ਸਿੱਖ ਵੀ ਮਗਰ ਮਗਰ, ਵੀ ਮਹਾਰਾਜ ਸਾਹਿਬ ਕਿੱਧਰ ਚੱਲੇ? ਨੰਗੇ ਚਰਨੀ ਜੋੜਾ ਵੀ ਨਹੀਂ ਪਾਇਆ। ਉੱਥੇ ਪਹੁੰਚ ਗਏ ਜਿੱਥੇ ਖੂਹ ਵਿੱਚ ਭਾਈ ਮੰਝ ਡਿੱਗਾ। ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਂ, ਜਿੱਥੇ ਫਾਟਕ ਆਉਂਦਾ ਹੈ ਰੇਲਵੇ ਦਾ, ਉਹਦੇ ਲਾਗੋਂ ਹੀ ਉਹ ਸੜਕ ਜਾਂਦੀ ਜਿੱਥੇ ਭਾਈ ਮੰਝ ਜੀ ਦਾ ਹੁਣ ਤਾਂ ਉੱਥੇ ਅਸਥਾਨ ਸੋਭਨੀਕ ਹੈ। ਉੱਥੇ ਪਹੁੰਚ ਗਏ ਤੇ ਮਹਾਰਾਜ ਸਾਹਿਬ ਜੀ ਨੇ ਉੱਤੋਂ ਪੀੜੀ ਨੂੰ ਰੱਸਾ ਬਣਾ ਕਰਕੇ ਤੇ ਵਿੱਚ ਸੁੱਟਿਆ, ਆਪ ਨਾਲ ਸਿੱਖ ਵੀ ਆ। ਉੱਤੋਂ ਆਵਾਜ਼ ਦਿੱਤੀ ਵੀ ਆ ਸਿੱਖਾ ਬਾਲਣ ਥੱਲੇ ਸੁੱਟ ਦੇ, ਤੇ ਆ ਪੀੜੀ ਦੇ ਉੱਤੇ ਬਹਿ ਤੇ ਬਾਹਰ ਨਿਕਲਿਆ। ਥੱਲੇ ਹੀ ਬਾਲਣ ਦੀ ਪੰਡ ਸਿਰ ਦੇ ਉੱਤੇ ਆਵਾਜ਼ ਦਿੱਤੀ ਆ ਵੀ ਇਹ ਗੁਰੂ ਕੇ ਲੰਗਰ ਦਾ ਬਾਲਣ ਆ, ਪਹਿਲਾਂ ਬਾਲਣ ਕੱਢ ਲਓ, ਮੈਨੂੰ ਬਾਅਦ ਚ ਕੱਢਿਓ। ਫਿਰ ਪਹਿਲਾਂ ਬਾਲਣ ਜਿਹੜਾ ਹੈ ਉਹ ਰੱਸੇ ਨਾਲ ਬੰਨਿਆ ਪੰਡ, ਪਹਿਲਾਂ ਸਿੱਖਾਂ ਨੇ ਵੀ ਕੱਢ ਕੇ ਉਹ ਬਾਲਣ ਬਾਹਰ। ਫਿਰ ਜਿਸ ਵੇਲੇ ਦੂਸਰੇ ਵੇਲੇ ਉਹ ਪੀੜੀ ਵਿੱਚ ਖੂਹ ਦੇ ਘੱਲੀ ਤੇ ਫਿਰ ਭਾਈ ਮੰਝ ਜੀ ਉੱਤੇ ਬੈਠ ਕੇ ਤੇ ਖਿੱਚ ਕੇ ਬਾਹਰ ਕੱਢਿਆ ਖੂਹ ਦੇ ਵਿੱਚੋਂ। ਜਦੋਂ ਬਾਹਰ ਆਏ ਤੇ ਵੇਖਿਆ ਤਾਂ ਪੰਜਵੇਂ ਪਾਤਸ਼ਾਹ ਆਪ ਆਏ ਪਏ, ਚਰਨਾਂ ਤੇ ਮੱਥਾ ਟੇਕਿਆ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾਇਆ ਭਾਈ ਮੰਝ ਨੂੰ, ਘੁੱਟ ਕੇ ਛਾਤੀ ਨਾਲ, ਤੇ ਛਾਤੀ ਨਾਲ ਲਾ ਕਰਕੇ ਐਸੇ ਬਖਸ਼ਿਸ਼ ਦੇ ਘਰ ਵਿੱਚ ਆਏ ਤੇ ਮਹਾਰਾਜ ਕਹਿਣ ਲੱਗੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਕਹਿਣ ਲੱਗੇ ਸਾਡਾ ਜਹਾਜ਼ ਆ ਭਾਈ ਮੰਝ, ਜਹਾਜ਼। ਭਾਈ ਮੰਝ ਨੂੰ ਜਹਾਜ਼ ਬਣਾ ਦਿੱਤਾ ਗੁਰੂ ਅਰਜਨ ਸਾਹਿਬ ਮਹਾਰਾਜ। ਕਹਿੰਦੇ ਗੁਰੂ ਨੂੰ ਮੰਝ ਪਿਆਰਾ ਵਾ ਤੇ ਮੰਝ ਨੂੰ ਗੁਰੂ ਪਿਆਰਾ, ਕਿ ਸਾਨੂੰ ਭਾਈ ਮੰਝ ਪਿਆਰਾ ਵਾ ਤੇ ਭਾਈ ਮੰਝ ਸਾਡੇ ਨਾਲ ਪਿਆਰ ਕਰਦਾ। ਭਾਈ ਮੰਝ ਨੂੰ ਗੁਰੂ ਪਿਆਰਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਬੋਹਿ ਥਾ ਕਹਿੰਦੇ ਜਹਾਜ਼ ਨੂੰ, ਮੰਝ ਗੁਰੂ ਕਾ ਜਹਾਜ਼ ਆ, ਜਗ ਲੰਘਣ ਹਾਰਾ। ਤੇ ਜਗ ਇਸ ਭਾਈ ਮੰਝ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘੇਗਾ। ਐਸੀ ਬਖਸ਼ਿਸ਼ ਕੀਤੀ। ਕਹਿਣ ਲੱਗੇ ਭਾਈ ਮੰਝ ਤੇਰੀ ਸੇਵਾ ਤੇ ਅਸੀਂ ਖੁਸ਼ ਹਾਂ ਤੇ ਮੰਗ ਕੁਝ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਦਈਏ। ਭਾਈ ਮੰਝ ਨੇ ਪਤਾ ਕੀ ਮੰਗਿਆ? ਦੋ ਗੱਲਾਂ ਮੰਗੀਆਂ ਸਾਧ ਸੰਗਤ। ਇੱਕ ਪਹਿਲੀ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ ਮੇਰੇ ਤੇ ਤਰੁੱਠੇ ਹੋ, ਤੇ ਜਿਹੜੇ ਅੰਦਰ ਮੰਗਾ ਮੰਗਣ ਵਾਲੀ ਅੰਦਰ ਖਿਆਲ ਹੈ ਨਾ, ਜਿੱਥੋਂ ਮਹਾਰਾਜ ਫੁਰਨੇ ਉੱਠਦੇ ਆ, ਉਹ ਮੰਗਾ ਹੀ ਅੰਦਰੋਂ ਮੁੱਕ ਜਾਣ ਮੇਰੇ। ਮੰਗਾ ਮੰਗਣ ਵਾਲੀ ਇੱਛਾ ਹੀ ਸਮਾਪਤ ਹੋ ਜਾਵੇ, ਮੈਂ ਕੁਝ ਵੀ ਮੰਗਣਾ ਨਹੀਂ ਚਾਹੁੰਦਾ। ਤੇ ਦੂਜੀ ਬੇਨਤੀ ਕੀਤੀ ਮਹਾਰਾਜ ਜਿੰਨੀ ਕਸਵੱਟੀ ਮੇਰੇ ਤੇ ਕੱਸੀ ਜੇ ਇੰਨਾ ਨਾ ਮਹਾਰਾਜ ਹੁਣ ਸਿੱਖਾਂ ਤੇ ਕੱਸਿਓ ਕਸਵੱਟੀ। ਸਤਿਗੁਰੂ ਇੰਨਾ ਤਾਂ ਨਹੀਂ ਸਹਾਰਿਆ ਜਾਵੇਗਾ ਸਿੱਖਾਂ ਤੋਂ, ਇੰਨੀ ਕਸਵੱਟੀ ਦੇ ਵਿੱਚ ਮਹਾਰਾਜ ਪੂਰਾ ਨਹੀਂ ਉਤਰਿਆ ਜਾਵੇਗਾ। ਕਿਰਪਾ ਕਰੋ ਆਪਣੀ ਦਇਆ ਕਰਕੇ ਬਖਸ਼ਿਸ਼ ਕਰਕੇ ਸਿੱਖਾਂ ਨੂੰ ਮਾਰੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ, ਇੰਨਾ ਕਰੜਾ ਪਰਚਾ ਨਾ ਪਾਇਓ। ਤੋ ਇਹ ਬਖਸ਼ਿਸ਼ਾਂ ਕੀਤੀਆਂ ਇਹ ਸਾਧ ਸੰਗਤ ਜੀ ਸਰਬੱਤ ਦੇ ਭਲੇ ਵਾਸਤੇ। ਭਾਈ ਮੰਝ ਨੇ ਇਹ ਮੰਗਿਆ ਕਿ ਮਹਾਰਾਜ ਇੰਨਾ ਕਰੜਾ ਪਰਚਾ ਨਾ ਪਾਓ, ਇਹ ਕਲਯੁਗ ਦੇ ਸਮੇਂ ਵਿੱਚ ਇੰਨਾ ਕੌਣ ਖਰਾ ਉਤਰੇਗਾ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਬੇਅੰਤ ਐਸੇ ਗੁਰਮੁਖ ਬਣਾਏ ਜਿਨ੍ਹਾਂ ਦੀ ਫਿਰ ਸੰਗਤ ਕਰਕੇ ਸੰਸਾਰ ਦੇ ਜੀਵ ਵੀ ਤਰੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਹਨ ਗੁਰਮੁਖ ਪਰਚੈ ਤਰੀਐ ਤਾਰੀ। ਜੋ ਗੁਰਮੁਖ ਹਨ ਉਹ ਗੁਰੂ ਕੇ ਉਪਦੇਸ਼ ਦੇ ਨਾਲ ਪ੍ਰੇਮ ਪਾਉਂਦੇ ਆ, ਗੁਰੂ ਕੇ ਪਰਚੈ ਉਪਦੇਸ਼ ਦੇ ਨਾਲ ਹੀ ਉਹ ਪਰਚੇ ਰਹਿੰਦੇ ਹਨ, ਜਿਸ ਕਰਕੇ ਉਹ ਆਪ ਵੀ ਤਰਦੇ ਤੇ ਹੋਰਨਾਂ ਨੂੰ ਵੀ ਤਾਰਦੇ। ਉਹ ਭਗਤੀ ਰੂਪੀ ਬੇੜੀ ਤੇ ਚੜ੍ਹ ਕੇ
ਤੇ ਚੜਾ ਕੇ ਤਾਰਦੇ ਹਨ। ਗੁਰਮੁਖ ਪਰਿਚੈ ਸੋ ਸ਼ਬਦ ਗਿਆਨੀ। ਗੁਰਮੁਖ ਗੁਰੂ ਕੇ ਉਪਦੇਸ਼ ਦੇ ਨਾਲ ਪ੍ਰੇਮ ਜੋ ਕਰਦੇ ਹਨ, ਸੋ ਉਹ ਗੁਰਮੁਖ ਸ਼ਬਦ ਗਿਆਨੀ। ਗੁਰੂ ਕੇ ਉਪਦੇਸ਼ ਦਾ ਸਦਕਾ, ਸ਼ਬਦ ਦਾ ਅਰਥ ਇੱਥੇ ਬ੍ਰਹਮ ਹੈ, ਉਹ ਬ੍ਰਹਮ ਦੇ ਗਿਆਨ ਵਾਲੇ ਗਿਆਨੀ ਹੋ ਜਾਂਦੇ ਹਨ। ਉਹ ਗੁਰੂ ਕੇ ਉਪਦੇਸ਼ ਦੇ ਨਾਲ ਜੁੜ ਕਰਕੇ, ਗੁਰੂ ਕੇ ਉਪਦੇਸ਼ ਦੇ ਨਾਲ ਪਰਚਾ ਪਾ ਕੇ, ਪ੍ਰੇਮ ਪਾ ਕਰਕੇ, ਸ਼ਬਦ ਦੇ ਵਿੱਚ ਜੁੜ ਕਰਕੇ ਉਹ ਗਿਆਨਵਾਨ ਹੋ ਜਾਂਦੇ ਹਨ। ਆਤਮਿਕ ਗਿਆਨੀ, ਬ੍ਰਹਮ ਗਿਆਨੀ ਬਣ ਜਾਂਦੇ ਹਨ। ਗੁਰਮੁਖ ਪਰਿਚੈ ਅੰਤਰ ਵਿਦ ਜਾਨੀ। ਇਹ ਸਿੱਧੋ ਜੋ ਗੁਰਮੁਖ ਗੁਰੂ ਕੇ ਉਪਦੇਸ਼ ਦੇ ਨਾਲ ਪ੍ਰੇਮ ਕਰਦੇ ਹਨ, ਗੁਰੂ ਕੇ ਉਪਦੇਸ਼ ਦੇ ਧਾਰਨੀ ਹੁੰਦੇ, ਉਹਨਾਂ ਨੇ ਅੰਤਰ ਦੀ ਜਿਹੜੀ ਵਿਧੀ ਹੈ ਨਾ, ਉਹ ਜਾਣ ਲਈ ਹੈ। ਅੰਤਰ ਜੋ ਮਨ ਹੈ, ਮਨ ਨੂੰ ਰੋਕਣ ਦੀ ਵਿਧੀ ਉਹਨਾਂ ਨੇ ਜਾਣ ਲਈ। ਉਹ ਮਨ ਨੂੰ ਰੋਕਦੇ ਹਨ ਗੁਰੂ ਕੇ ਸ਼ਬਦ ਦੇ ਦੁਆਰਾ। ਉਹਨਾਂ ਦੇ ਆਪਣੇ ਅੰਦਰ ਦੀ ਹਰ ਪ੍ਰਕਾਰ ਦੀ ਵਿਧੀ ਜਿਹੜੀ ਹੈ ਉਹ ਜਾਣਨਾ ਕੀਤੀ ਹੈ। ਫਿਰ ਜਿਹੜਾ ਅੰਤਰਾ ਪਿਆ ਹੋਇਆ ਹੈ ਨਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ, ਉਸ ਵਿਧੀ ਨੂੰ, ਉਸ ਜੁਗਤੀ ਨੂੰ ਵੀ ਉਹਨਾਂ ਗੁਰਮੁਖਾਂ ਨੇ ਜਾਣ ਕੇ ਉਹ ਅੰਤਰੇ ਨੂੰ, ਫਰਕ ਨੂੰ ਦੂਰ ਕੀਤਾ ਹੈ ਤੇ ਵਾਹਿਗੁਰੂ ਜੀ ਦੇ ਨਾਲ ਇੱਕ ਮਿਕਤਾ ਕੀਤੀ ਹੈ ਗੁਰਮੁਖਾਂ ਨੇ। ਗੁਰਮੁਖ ਪਾਈਐ ਅਲਖ ਅਪਾਰ। ਇਹ ਭਾਈ ਗੁਰਮੁਖ, ਗੁਰਮੁਖਾਂ ਨੇ ਪਾਉਣਾ ਕੀਤਾ ਹੈ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਅਲੱਖ ਸਰੂਪ ਪਰਮੇਸ਼ਰ ਨੂੰ, ਅਪਾਰ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜੋ ਲਖਿਆ ਨਹੀਂ ਜਾਂਦਾ। ਵਾਹਿਗੁਰੂ ਪਰਮੇਸ਼ਰ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ, ਜੋ ਜਾਣਨ ਤੋਂ ਪਰੇ ਹੈ। ਜਿਹੜਾ ਕੋਈ ਜਾਣਦਾ ਹੈ ਨਾ, ਜਾਣ ਕੇ ਹੀ ਜਾਣਦਾ ਹੈ ਕਿ ਉਹ ਜਾਣਿਆ ਹੀ ਨਹੀਂ ਜਾਂਦਾ। ਜਿਸ ਨੇ ਵੀ ਜਾਣਿਆ ਉਹਨੇ ਇਹੀ ਗੱਲ ਆਖੀ ਹੈ, ਭਗਤਾਂ ਨੇ ਜਾਣਿਆ ਪਰਮੇਸ਼ਰ ਵਾਹਿਗੁਰੂ ਜੀ ਨੂੰ, ਸਮਝਿਆ, ਵਾਹਿਗੁਰੂ ਜੀ ਦੇ ਦਰਸ਼ਨ ਕੀਤੇ, ਆਨੰਦ ਮਾਣਿਆ, ਪਰ ਉਹਨਾਂ ਨੇ ਜਾਣ ਕੇ ਇਹੀ ਆਖਿਆ ਵੀ ਉਹ ਜਾਣਿਆ ਹੀ ਨਹੀਂ ਜਾਂਦਾ ਸਾਰਾ, ਉਹਦਾ ਜਾਣਨਾ ਹੀ ਇਹ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਸ਼ਾਹੀ ਮੁੱਕ ਜਾਵੇਗੀ, ਕਲਮਾਂ ਮੁੱਕ ਜਾਣਗੀਆਂ, ਕਾਗਜ਼ ਸਮਾਪਤ ਹੋ ਜਾਏਗਾ, ਪਰਮੇਸ਼ਰ ਦਾ ਜਸ ਨਹੀਂ ਲਿਖਿਆ ਜਾ ਸਕਦਾ। ਉਹ ਇੰਨਾ ਵੱਡਾ ਵਾ, ਜਾਣ ਕੇ ਇਹ ਜਾਣਿਆ। ਕਹਿੰਦੇ ਇੰਨਾ ਵੱਡਾ ਵਾ ਵੀ ਉਹਦੀ ਵਡਿਆਈ ਸਾਰੀ ਕੀਤੀ ਨਹੀਂ ਜਾ ਸਕਦੀ, ਉਹਦਾ ਅੰਤ ਹੀ ਨਹੀਂ ਆਉਂਦਾ ਹੈ। ਕਬੀਰ ਸਾਥ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਮਹਾਰਾਜ ਜਪਜੀ ਸਾਹਿਬ ਜੀ ਵੇਖੋ ਕਹਿੰਦੇ ਨਾ, ਪ੍ਰਭੂ ਦੀ ਬੇਅੰਤਤਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਜਿੰਨਾ ਉਹਨੂੰ ਬਹੁਤਾ ਕਥਨ ਕਰੀਏ ਉਨਾ ਹੀ ਬਹੁਤਾ ਹੋ ਰਿਹਾ ਹੈ। ਜਾਣ ਕੇ ਹੀ ਜਾਣਿਆ ਵੀ ਉਹ ਜਾਣਿਆ ਹੀ ਨਹੀਂ ਜਾ ਸਕਦਾ, ਬੇਅੰਤ ਹੀ ਬੇਅੰਤ ਹੈ। ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਹੀ ਉੱਚਾ ਨਾ ਹੋਏ, ਵੱਡੇ ਉੱਚਾ ਹੋਵੇ ਕੋਏ, ਤਿਸ ਉੱਚੇ ਕਾ ਜਾਣੈ ਸੋਏ, ਜੇ ਵੱਡੇ ਆਪ ਜਾਣੈ ਆਪ। ਆਪ ਜਿੱਡਾ ਵੱਡਾ ਆਪ ਹੈ, ਆਪਣੇ ਆਪੇ ਨੂੰ ਉਹ ਆਪ ਹੀ ਜਾਣਦਾ। ਦੂਸਰਾ ਉਹਨਾਂ ਕਿ ਜਾਣਦਾ ਜਿੰਨਾ ਕੋਈ ਜਣਾਉਂਦਾ, ਜਿੰਨਾ ਕੁ ਗੁਰੂ ਸਾਹਿਬ ਜੀ ਕਿਸੇ ਨੂੰ ਸਮਝ ਦਿੰਦੇ ਆ, ਜਿੰਨੀ ਕੁ ਜਾਣਕਾਰੀ ਦਿੰਦੇ, ਉਹਨਾਂ ਕੁ ਕੋਈ ਬੰਦਾ ਜਾਣ ਸਕਦਾ, ਉਹਦੇ ਤੋਂ ਵੱਧ ਕਿੰਨਾ ਕੁ ਜਾਣ ਲਵੇਗਾ। ਜੇ ਵੱਡੇ ਆਪ ਜਾਣੇ ਆਪ, ਆਪ ਨਾਨਕ ਨਦਰੀ ਕਰਮੀ ਦਾਤ। ਤਾਂ ਮਹਾਰਾਜ ਕਹਿੰਦੇ ਹਨ ਕਿ ਸਿੱਧੋ ਗੁਰੂ ਕੀ ਸ਼ਰਨ ਵਿੱਚ ਪੈਣ ਵਾਲਿਆਂ ਨੇ, ਗੁਰਮੁਖਾਂ ਨੇ, ਉਸ ਅਲੱਖ ਨੂੰ ਤੇ ਅਪਾਰ ਨੂੰ, ਜਿਹੜਾ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ, ਤੇ ਅਪਾਰ ਜੀ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਸ ਵਾਹਿਗੁਰੂ ਦੀ ਉਹ ਪ੍ਰਾਪਤੀ ਕਰ ਲੈਂਦੇ। ਜੋ ਗੁਰੂ ਕੀ ਸ਼ਰਨ ਵਿੱਚ ਪੈਂਦੇ ਆ, ਗੁਰਮੁਖ ਬਣਦੇ ਆ, ਉਹ ਅਲੱਖ ਅਪਾਰ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ। ਨਾਨਕ ਗੁਰਮੁਖ ਮੁਕਤ ਦੁਆਰ। ਮਹਾਰਾਜ ਕਹਿੰਦੇ ਹਨ ਪੌੜੀ ਦੀ ਸਮਾਪਤੀ ਕਰਦਿਆਂ ਹੋਇਆਂ, 28ਵੀਂ ਪੌੜੀ ਦੀ, ਨਾਨਕ ਗੁਰਮੁਖ ਮੁਕਤ ਦੁਆਰ। ਜੋ ਗੁਰਮੁਖ ਆ, ਗੁਰੂ का ਉਪਦੇਸ਼ ਲੈਣ ਵਾਲੇ, ਮੁਕਤ ਦੁਆਰ, ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲੈਂਦੇ, ਉਹਨਾਂ ਨੂੰ ਮੁਕਤ ਦੁਆਰ ਪ੍ਰਾਪਤ ਹੋ ਜਾਂਦਾ। ਮੁਕਤੀ ਦਾ ਦਰਵਾਜ਼ਾ, ਮੁਕਤੀ ਦਾ ਦੁਆਰ ਕੀ ਹੈ? ਗਿਆਨ, ਗੁਰੂ का ਗਿਆਨ।
ਉਹ ਗੁਰੂ का ਗਿਆਨ ਪ੍ਰਾਪਤ ਕਰਦੇ ਆ ਗੁਰਮੁਖ। ਇਸ ਕਰਕੇ ਉਹ ਮੁਕਤੀ ਦਾ ਦਰਵਾਜ਼ਾ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ। ਗੁਰੂ ਕੇ ਗਿਆਨ ਦੁਆਰਾ ਗੁਰਮੁਖਾਂ ਦੇ ਸਾਰੇ ਬੰਧਨ ਕੱਟੇ ਜਾਂਦੇ। ਕਰਤਾ ਭੁਗਤਾ ਹੰਗਤਾ ਮਮਤਾ ਦੇ, ਉਸਤਤੀ ਨਿੰਦਿਆ ਦੇ, ਵਕਾਰਾਂ ਦੇ, ਪਾਪਾਂ ਦੇ, ਔਗੁਣਾਂ ਦੇ, ਪ੍ਰੀਤੀਆਂ ਦੇ, ਪ੍ਰਹਿਤਾਂ ਦੇ, ਸਾਰੇ ਬੰਧਨ ਜਿੰਨੇ ਪ੍ਰਕਾਰ ਦੇ ਆ ਉਹ ਸਾਰੇ ਬੰਧਨ ਗੁਰੂ ਸਾਹਿਬ ਜੀ ਦਾ ਗਿਆਨ ਕੱਟ ਦਿੰਦਾ ਹੈ। ਗੁਰੂ ਦਾ ਉਪਦੇਸ਼ ਸਾਰੇ ਬੰਧਨ ਕੱਟ ਦਿੰਦਾ। ਇਸ ਕਰਕੇ ਗੁਰਮੁਖ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਕਰਦੇ ਗੁਰੂ ਸਾਹਿਬ ਦੇ ਪਾਸੋਂ। ਦੁਆਰ ਨਾਮ ਸੰਸਾਰ ਦਾ ਵੀ ਹੈ। ਸੰਸਾਰ ਵਿੱਚ ਰਹਿੰਦੇ ਗੁਰਮੁਖ ਮੁਕਤ ਹੋ ਜਾਂਦੇ। ਜਿਉਂਦਿਆਂ ਹੀ ਜਿੰਨੇ ਵਿਕਾਰ ਤਿਆਗ ਦਿੱਤੇ, ਪਾਪ ਤਿਆਗ ਦਿੱਤੇ, ਗੁਰੂ ਕੇ ਉਪਦੇਸ਼ ਦਾ ਧਾਰਨੀ ਹੋ ਗਿਆ, ਉਹ ਮੁਕਤ ਹੋ ਗਿਆ ਸਾਧ ਸੰਗਤ। ਉਸਤਤ ਨਿੰਦਾ ਦੋ ਤਿਆਗੈ, ਕੋਜੈ ਪਦ ਨਿਰਵਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੁ ਗੁਰਮੁਖ ਜਾਨਾ। ਕਿਸੇ ਨੇ ਗੁਰੂ ਕੀ ਸ਼ਰਨ ਪੈਣ ਵਾਲੇ ਨੇ ਖੇਲ ਖੇਲਣਾ ਜਾਣ ਲਿਆ, ਉਹ ਜਿਉਂਦਿਆਂ ਹੀ ਮੁਕਤ ਹੋ ਗਿਆ। ਫਿਰ ਦੁਆਰ ਨਾਮ ਹੈ, ਇਹ ਦੁਆਰਿਆਂ ਵਾਲੇ ਸਰੀਰ ਵਿੱਚ ਰਹਿੰਦਿਆਂ ਹੀ ਉਹ ਮੁਕਤ ਹੋ ਗਏ। ਇਹਦੇ 9 ਦੁਆਰੇ ਆ ਨਾ, ਸਾਡੇ ਸਰੀਰ ਦੇ 9 ਦੁਆਰੇ। ਇਹ 9 ਦੁਆਰਿਆਂ ਵਾਲੇ ਸਰੀਰ ਦੇ ਵਿੱਚ ਰਹਿੰਦਿਆਂ ਹੀ, ਜੀਵਨ ਬਤੀਤ ਕਰਦਿਆਂ ਹੀ ਮੁਕਤ ਹੋ ਗਿਆ। ਇਹ ਨਹੀਂ ਵੀ ਮਰ ਕੇ ਹੀ ਮੁਕਤ ਹੁੰਦਾ ਹੈ ਗੁਰੂ, ਉਹ ਜਿਉਂਦਿਆਂ ਹੀ ਮੁਕਤ ਹੋ ਜਾਂਦਾ ਹੈ। ਬਾਣੀ ਵਿੱਚ ਤਾਂ ਐਸਾ ਵੀ ਆਖਿਆ ਭਗਤ ਨਾਮਦੇਵ ਜੀ ਕਹਿੰਦੇ, ਮਰਨ ਮੁਕਤ ਕਿਨ ਪਾਈ। ਜਿਹੜਾ ਜਿਉਂਦਿਆਂ ਬੰਧਨ ਨਹੀਂ ਜਿਸਦੇ ਕੱਟੇ ਗਏ, ਜਿਉਂਦਿਆਂ ਵਕਾਰ ਨਹੀਂ ਜਿੰਨੇ ਤਿਆਗੇ, ਜਿਉਂਦਿਆਂ ਪਾਪ ਨਹੀਂ ਛੱਡੇ, ਉਹ ਮਰ ਕੇ ਕਿਵੇਂ ਮੁਕਤ ਹੋ ਜਾਵੇਗਾ। ਜਿਹੜਾ ਜਿਉਂਦਿਆਂ ਸਾਰਾ ਜੀਵਨ ਬੰਧਨਾਂ ਵਿੱਚ ਪਿਆ ਰਿਹਾ, ਫਿਰ ਕਿਵੇਂ ਮੁਕਤੀ ਹਾਸਲ ਹੋਵੇ। ਇਸ ਕਰਕੇ ਸਤਿਗੁਰੂ ਦਇਆ ਕਰਕੇ, ਕਿਰਪਾ ਕਰਕੇ ਆਪਣੇ ਸਿੱਖਾਂ ਸੇਵਕਾਂ ਨੂੰ ਜਿਉਂਦਿਆਂ ਹੀ ਮੁਕਤੀ ਦੇ ਦਿੰਦੇ ਆ, ਜਿਉਂਦਿਆਂ ਵੀ ਮੁਕਤ ਕਰ ਦਿੰਦੇ ਆ। ਤੇ ਫਿਰ ਜਦੋਂ ਸਵਾਸ ਪੂਰੇ ਹੁੰਦੇ ਆ, ਮਰਨ ਤੋਂ ਬਾਅਦ ਵੀ ਉਹ ਗੁਰਮੁਖ ਫਿਰ ਮੁਕਤ ਹੋ ਜਾਂਦੇ। ਗੁਰ ਕਿਰਪਾ ਜਿਹੇ ਨਰ ਕਉ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਗੁਰਮੁਖ ਪਾਈਐ ਅਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।